ਸਾਡੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੂੰ ਇਸ ਚੁਟਕਲੇ ਦੇ ਨਾਲ ਬਹੁਤ ਜ਼ਿਆਦਾ ਟ੍ਰੋਲ ਕੀਤਾ ਜਾਂਦਾ ਹੈ। ਉਹਨਾਂ ਦੀ ਜਿਹੜੀ ਤਸਵੀਰ ਹੈ ਉਹੀ ਆਪਣੇ ਆਪ ਦੇ ਵਿੱਚ ਅੱਜ ਇਸ ਗੱਲ ਦਾ ਪਰਿਆਏ ਬਣ ਚੁੱਕੀ ਹੈ ਕਿ ਉਹਨਾਂ ਦੀ ਤਸਵੀਰ ਜਿੱਥੇ ਆ ਜਾਏਗੀ ਲੋਕ ਉਹਦਾ ਮਤਲਬ ਕੱਢ ਲੈਂਦੇ ਨੇ। ਮੇਰੇ ਕੋਲੋਂ ਕੋਈ ਆਸ ਨਾ ਰੱਖਿਓ ਭਰਾਵੋ, ਖਜ਼ਾਨਾ ਖਾਲੀ ਹੈ। ਤਾਂ 2006-07 ਦੇ ਵਿੱਚ ਜਦੋਂ ਅਕਾਲੀ ਸਰਕਾਰ ਪੰਜਾਬ ਦਾ ਰਾਜ ਸੰਭਾਲਦੀ ਹੈ ਉਦੋਂ ਪੰਜਾਬ ਦੇ ਉੱਪਰ 40,000 ਕਰੋੜ ਦੇ ਕਰੀਬ ਕਰਜ਼ਾ 9 ਤੋਂ ਲੈ ਕੇ 10 ਦੇ ਵਿੱਚ ਪਹੁੰਚਦੇ ਇਹ ਜਿਹੜਾ ਕਰਜ਼ਾ ਹੈ ਉਹ 53,000 ਕਰੋੜ ਹੋ ਜਾਂਦਾ ਹੈ। ਲੇਕਿਨ 16-17 ਤੱਕ ਪਹੁੰਚਦੇ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਆਉਂਦੀ ਹੈ, ਅਕਾਲੀਆਂ ਦੀ ਦੂਜੀ ਟਰਮ ਖਤਮ ਹੋ ਜਾਂਦੀ ਹੈ ਤਾਂ ਇਹ ਕਰਜ਼ਾ ਹੁਣ ਵੱਧ ਕੇ 1,54,000 ਕਰੋੜ ਹੋ ਚੁੱਕਿਆ ਹੈ। ਕਿ 2017 ਦੇ ਵਿੱਚ ਜਿਹੜੀ ਕਾਂਗਰਸ ਅਕਾਲੀ ਸਰਕਾਰ ਦੀ ਨਿੰਦਾ ਕਰਦੀ ਹੈ ਵਾਈਟ ਪੇਪਰ ਦੇ ਵਿੱਚ ਕਿ ਉਹਨਾਂ ਨੇ ਪੰਜਾਬ ਸਿਰ ਇੰਨਾ ਕਰਜ਼ਾ ਵਧਾਤਾ, ਉਹ 4.5 ਸਾਲ ਦੇ ਵਿੱਚ 1 ਲੱਖ ਕਰੋੜ ਕਰਜ਼ਾ ਹੋਰ ਸਾਡੇ ਸਿਰ ਤੇ ਚਾੜ ਦਿੰਦੀ ਹੈ। ਪੰਜਾਬ ਇਜ਼ ਇਨ ਡੈਟ ਟ੍ਰੈਪ ਕਿ ਪੰਜਾਬ ਇੱਕ ਕਰਜ਼ੇ ਦੇ ਜਾਲ ਵਿੱਚ ਫਸ ਚੁੱਕਿਆ। ਕਮਾਲ ਦੀ ਗੱਲ ਇਹ ਕਿ ਸਾਡਾ ਗਵਾਂਢੀ ਹਰਿਆਣਾ ਉਹ ਸਾਡੇ ਨਾਲੋਂ ਇੱਕ ਹਰਿਆਣਵੀ ਔਸਤਨ 1.5 ਗੁਣਾ ਜ਼ਿਆਦਾ ਅਮੀਰ ਹੋ ਚੁੱਕਿਆ। ਐਸਟੀਮੇਟ ਹੈ ਕਿ 2021-22 ਦੇ ਵਿੱਚ ਅਸੀਂ 20,000 ਕਰੋੜ ਰੁਪਇਆ ਤਾਂ ਸਿਰਫ ਵਿਆਜ ਹੀ ਵਾਪਸ ਕਰ ਰਹੇ ਹੋਵਾਂਗੇ ਜਿੰਨਾ ਏਜੰਸੀਆਂ ਕੋਲੋਂ ਅਸੀਂ ਕਰਜ਼ਾ ਲਿਆ ਹੋਇਆ। ਤਾਂ ਇਹ ਕੁੱਲ 67,000 ਕਰੋੜ ਰੁਪਇਆ ਹੋ ਗਿਆ। ਮਤਲਬ ਕਿ 88,000 ਕਰੋੜ ਰੁਪਇਆ ਜਿਹੜਾ ਸਾਡਾ ਟੋਟਲ ਰੈਵਨਿਊ ਹੈ ਉਹਦੇ ਵਿੱਚੋਂ 67,000 ਕਰੋੜ ਰੁਪਇਆ ਤਾਂ ਕੀ ਪੰਜਾਬ ਦਾ ਖਜ਼ਾਨਾ ਸੱਚਮੁੱਚ ਖਾਲੀ ਹੈ? ਸੋਸ਼ਲ ਮੀਡੀਆ ਦੇ ਉੱਪਰ ਅੱਜ ਕੱਲ੍ਹ ਇਹ ਸਵਾਲ ਇੱਕ ਚੁਟਕਲਾ ਬਣਿਆ ਹੋਇਆ। ਖਾਸ ਤੌਰ 'ਤੇ ਪੰਜਾਬ ਸਰਕਾਰ ਦੇ ਸਾਡੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੂੰ ਇਸ ਚੁਟਕਲੇ ਦੇ ਨਾਲ ਬਹੁਤ ਜ਼ਿਆਦਾ ਟ੍ਰੋਲ ਕੀਤਾ ਜਾਂਦਾ ਹੈ। ਉਹਨਾਂ ਦੀ ਜਿਹੜੀ ਤਸਵੀਰ ਹੈ ਉਹੀ ਆਪਣੇ ਆਪ ਦੇ ਵਿੱਚ ਅੱਜ ਇਸ ਗੱਲ ਦਾ ਪਰਿਆਏ ਬਣ ਚੁੱਕੀ ਹੈ ਕਿ ਉਹਨਾਂ ਦੀ ਤਸਵੀਰ ਜਿੱਥੇ ਆ ਜਾਏਗੀ ਲੋਕ ਉਹਦਾ ਮਤਲਬ ਕੱਢ ਲੈਂਦੇ ਨੇ। ਮੇਰੇ ਕੋਲੋਂ ਕੋਈ ਆਸ ਨਾ ਰੱਖਿਓ ਭਰਾਵੋ, ਖਜ਼ਾਨਾ ਖਾਲੀ ਹੈ ਤਾਂ ਇਹ ਇੱਕ ਟ੍ਰੋਲਿੰਗ, ਇੱਕ ਚੁਟਕਲਾ, ਇੱਕ ਮਜ਼ਾਕ। ਪਰ ਜੇ ਤੁਸੀਂ ਇਸ ਮਜ਼ਾਕ ਦੀ ਗਹਿਰਾਈ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਪੰਜਾਬ ਦੀ ਇੱਕ ਬਹੁਤ ਹੀ ਡਰਾਉਣੀ ਤਸਵੀਰ ਨਜ਼ਰ ਆਏਗੀ। ਔਰ ਆਫ ਕੋਰਸ ਇਹਦੇ ਲਈ ਮੈਂ ਸਿਰਫ ਤੇ ਸਿਰਫ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੂੰ ਬਿਲਕੁਲ ਦੋਸ਼ੀ ਨਹੀਂ ਠਹਿਰਾਉਣਾ ਚਾਹੂੰਗਾ। ਭਾਵੇਂ ਤੁਸੀਂ ਇਹਦਾ ਮਤਲਬ ਇਹ ਕੱਢਣਾ ਚਾਹੋ ਤਾਂ ਕੱਢ ਸਕਦੇ ਹੋ ਕਿ ਮੈਂ ਅੱਜ ਦੇ ਇਸ ਐਪੀਸੋਡ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੂੰ ਡਿਫੈਂਡ ਕਰਨ ਜਾ ਰਿਹਾ। ਔਰ ਬਿਲਕੁਲ ਅਜਿਹਾ ਹੀ ਹੈ ਕਿਉਂਕਿ ਪੰਜਾਬ ਅੱਜ ਜਿਹੜੀ ਕਰਜ਼ੇ ਦੀ ਜਾਂ ਖਜ਼ਾਨਾ ਖਾਲੀ ਹਾਲਤ ਦੇ ਵਿੱਚ ਪਹੁੰਚਿਆ ਉਹਦੇ ਵਿੱਚ ਇਕੱਲੇ ਉਹ ਦੋਸ਼ੀ ਨਹੀਂ, ਉਹਨਾਂ ਦੀ ਸਰਕਾਰ ਦੋਸ਼ੀ ਨਹੀਂ ਹੈ, ਬਲਕਿ ਇਹ ਇੱਕ 20-30 ਸਾਲ ਦਾ ਲੰਬਾ ਪ੍ਰੋਸੈਸ ਹੈ ਜਿਸ ਦੇ ਨਾਲ ਸਾਰੀਆਂ ਸਰਕਾਰਾਂ ਨੇ ਰਲ ਕੇ ਕੋਸ਼ਿਸ਼ ਕੀਤੀ ਕਿ ਪੰਜਾਬ ਅੱਜ ਵਾਲੀ ਇਸ ਹਾਲਤ ਵਿੱਚ ਪਹੁੰਚ ਜਾਏ ਕਿ ਅਸੀਂ ਪੰਜਾਬ ਸਰਕਾਰ ਨੂੰ ਮਜ਼ਾਕ ਕਰਕੇ ਕਹਿ ਸਕੀਏ ਕਿ ਖਜ਼ਾਨਾ ਖਾਲੀ ਹੈ। ਆਓ ਅੱਜ ਪੰਜਾਬ ਪਲੱਸ ਦੇ ਇਸ ਐਪੀਸੋਡ ਦੇ ਵਿੱਚ ਪੰਜਾਬ ਦੀ ਆਰਥਿਕ ਹਾਲਤ ਤੇ ਪੰਜਾਬ ਉੱਪਰ ਚੜ੍ਹਿਆ ਹੋਇਆ ਜਿਹੜਾ ਕਰਜ਼ਾ ਹੈ, ਜਿਸ ਤੋਂ ਮੈਨੂੰ ਇੱਦਾਂ ਲੱਗਣ ਲੱਗ ਪੈਂਦਾ ਕਦੇ ਕਿ ਸ਼ਾਇਦ ਪੰਜਾਬ ਬਚ ਨਾ ਸਕੇ, ਅੱਜ ਉਹਦੇ ਬਾਰੇ ਵਿਚਾਰ ਕਰਦੇ ਹਾਂ। ਔਰ ਮੈਂ ਫਿਰ 2-3 ਗੱਲਾਂ ਦੁਹਰਾਉਣਾ ਚਾਹਾਂਗਾ। ਨੰਬਰ 1, ਪਹਿਲੀ ਗੱਲ ਤਾਂ ਇਹ ਕਿ ਦੋਸਤੋ ਇਹ ਇੱਕ ਬਹੁਤ ਗੰਭੀਰ ਮੁੱਦਾ ਹੈ। ਇਹ ਕੋਈ ਮਜ਼ਾਕ ਦਾ ਵਿਸ਼ਾ ਨਹੀਂ ਹੈ ਕਿ ਅਸੀਂ ਇਸ ਨੂੰ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਟ੍ਰੋਲਿੰਗ ਦੇ ਵਿੱਚ ਖਤਮ ਕਰ ਦਈਏ। ਔਰ ਨਾ ਹੀ ਇਹ ਕੋਈ ਅਜਿਹਾ ਮੁੱਦਾ ਹੈ ਜਿਸ ਨੂੰ ਅਸੀਂ ਵਕਤੀ ਤੌਰ ਦੇ ਉੱਪਰ ਜਿਹੜੇ ਰਾਜਨੀਤਿਕ ਘਟਨਾਕ੍ਰਮ ਚੱਲਦੇ ਨੇ ਉਹਨਾਂ ਨਾਲ ਜੋੜ ਕੇ ਦੇਖੀਏ। ਮੇਰੀ ਪੰਜਾਬ ਪਲੱਸ ਦੇ ਰਾਹੀਂ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਆਓ ਜਿਸ ਵਿਸ਼ੇ ਬਾਰੇ ਥੋੜ੍ਹੀ ਜਿਹੀ ਗੰਭੀਰਤਾ ਦੇ ਨਾਲ ਵਿਚਾਰ ਕਰਦੇ ਹਾਂ। ਔਰ ਇੱਥੇ ਇੱਕ ਗੱਲ ਮੈਂ ਹੋਰ ਵੀ ਸਪਸ਼ਟ ਕਰ ਦੇਣਾ ਚਾਹਾਂਗਾ ਕਿ ਮੈਂ ਕੋਈ ਅਰਥ ਸ਼ਾਸਤਰੀ ਨਹੀਂ ਹਾਂ। ਇਹ ਕਰਜ਼ਾ ਕਿਉਂ ਚੜ੍ਹਿਆ, ਕਿਵੇਂ ਉਤਰੇਗਾ, ਇਹਦੇ ਬਾਰੇ ਤਕਨੀਕੀ ਗੱਲਾਂ ਅਰਥ ਸ਼ਾਸਤਰ ਨਾਲ ਜੁੜੀਆਂ ਹੋਈਆਂ ਇਹ ਤੁਹਾਨੂੰ ਅਰਥ ਸ਼ਾਸਤਰੀ ਹੀ ਦੱਸ ਸਕਦੇ ਨੇ, ਜਾਂ ਇੱਦਾਂ ਕਹੋ ਕਿ ਜੋ ਸਰਕਾਰਾਂ ਚਲਾਉਣ ਵਾਲੇ ਨੇ ਉਹੀ ਤੁਹਾਨੂੰ ਬਿਹਤਰ ਦੱਸ ਸਕਦੇ ਨੇ। ਪਰ ਜਿੰਨਾ ਇਸ ਵਿਸ਼ੇ ਦੇ ਉੱਪਰ ਅਧਿਐਨ ਕਰਕੇ ਜਿਹੜੀਆਂ ਗੱਲਾਂ ਮੇਰੇ ਸਾਹਮਣੇ ਆਈਆਂ ਔਰ ਮੈਨੂੰ ਲੱਗਦਾ ਹੈ ਕਿ ਆਮ ਪੰਜਾਬੀਆਂ ਨੂੰ ਉਹ ਜਾਣਨੀਆਂ ਚਾਹੀਦੀਆਂ ਨੇ, ਬਹੁਤ ਹੀ ਸਰਲ ਭਾਸ਼ਾ ਦੇ ਵਿੱਚ ਮੈਂ ਤੁਹਾਡੇ ਨਾਲ ਇਸ ਐਪੀਸੋਡ ਦੇ ਰਾਹੀਂ ਉਹ ਸ਼ੁਰੂ ਕਰਨ ਜਾ ਰਹੇ ਹਾਂ। ਪਹਿਲਾਂ ਤਾਂ ਆਪਾਂ ਦੇਖਣਾ ਚਾਹਾਂਗੇ ਕਿ ਪੰਜਾਬ ਦੇ ਸਿਰ ਦੇ ਉੱਪਰ ਕਿੰਨਾ ਕਰਜ਼ਾ ਹੈ। ਤਾਂ ਆਓ ਦੇਖਦੇ ਹਾਂ ਕਿ ਪੰਜਾਬ ਦੇ ਸਿਰ ਦੇ ਉੱਪਰ ਕਿੰਨਾ ਕਰਜ਼ਾ ਹੈ
ਤੇ ਇਹ ਕਰਜ਼ਾ ਕਦੋਂ ਪੰਜਾਬ ਦੇ ਸਿਰ ਦੇ ਉੱਪਰ ਚੜ੍ਹ ਗਿਆ, ਕਿਹੜੀ ਰੇਸ਼ੋ ਦੇ ਨਾਲ ਚੜ੍ਹਿਆ ਤੇ ਅੱਜ ਸਥਿਤੀ ਕੀ ਹੈ। ਇਹ ਜਿਹੜੇ ਕੁਝ ਅੰਕੜੇ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ, ਇਹ ਅੰਕੜੇ ਮੈਨੂੰ ਵੱਖ-ਵੱਖ ਵੈਬਸਾਈਟਸ ਤੋਂ ਹਾਸਲ ਹੋਏ ਨੇ, ਜਿਨ੍ਹਾਂ ਵਿੱਚੋਂ ਕੁਝ ਸਰਕਾਰੀ ਸਾਈਟਸ ਨੇ ਔਰ ਕੁਝ ਹੋਰ ਏਜੰਸੀ ਦੀਆਂ ਸਾਈਟਸ ਨੇ। ਉਹਨਾਂ ਉੱਪਰੋਂ ਮੈਨੂੰ ਇਹ ਡਾਟਾ ਮਿਲਿਆ। ਥੋੜ੍ਹਾ ਬਹੁਤਾ ਫਰਕ ਸਾਰੀਆਂ ਸਾਈਟ ਦੇ ਉੱਪਰ ਹੁੰਦਾ, ਪਰ ਬਹੁਤ ਘੱਟ ਫਰਕ ਹੈ। ਕੁੱਲ ਮਿਲਾ ਕੇ ਜਿਹੜੇ ਇਹ ਅੰਕੜੇ ਨੇ ਮੈਂ ਰਾਊਂਡ ਆਫ ਵੀ ਕੀਤੇ ਨੇ ਔਰ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ। ਅੱਜ ਪੰਜਾਬ ਦੇ ਸਿਰ ਦੇ ਉੱਪਰ ਭਾਵ ਸਾਲ 2020-21 ਦੇ ਵਿੱਚ ਕੋਈ 2.5 ਲੱਖ ਕਰੋੜ ਦਾ ਕਰਜ਼ਾ ਹੈ। 2.5 ਲੱਖ ਕਰੋੜ। ਥੋੜ੍ਹਾ ਜਿਹਾ ਪਿੱਛੇ ਚੱਲਦੇ ਹਾਂ, ਸ਼ੁਰੂ ਕਰਦੇ ਹਾਂ ਸਾਲ 2006-07 ਤੋਂ, ਜਦੋਂ ਅਕਾਲੀ ਸਰਕਾਰ ਨੇ ਚਾਰਜ ਲਿਆ ਪੰਜਾਬ ਦੇ ਉੱਪਰ, ਰਾਜ ਉਹਨਾਂ ਦਾ ਸ਼ੁਰੂ ਹੋਇਆ, ਪਹਿਲੀ ਟਰਮ ਸ਼ੁਰੂ ਹੋਈ। ਉਸ ਤੋਂ ਪਹਿਲਾਂ ਕਰਜ਼ੇ ਦੀ ਸਥਿਤੀ ਇੰਨੀ ਖਰਾਬ ਨਹੀਂ ਸੀ। ਬੇਸਿਕਲੀ ਜਿੰਨਾ ਪੰਜਾਬ ਦੇ ਸਿਰ ਉੱਪਰ ਤੁਸੀਂ ਅੱਜ ਕਰਜ਼ਾ ਦੇਖ ਰਹੇ ਹੋ, ਇਹ ਪਿਛਲੇ 15 ਕੁ ਸਾਲਾਂ ਦਾ ਜ਼ਿਆਦਾ ਕਰਜ਼ਾ ਹੈ। ਤਾਂ 2006-07 ਦੇ ਵਿੱਚ ਜਦੋਂ ਅਕਾਲੀ ਸਰਕਾਰ ਪੰਜਾਬ ਦਾ ਰਾਜ ਸੰਭਾਲਦੀ ਹੈ, ਉਦੋਂ ਪੰਜਾਬ ਦੇ ਉੱਪਰ 40,000 ਕਰੋੜ ਦੇ ਕਰੀਬ ਕਰਜ਼ਾ ਹੈ। ਇਸ ਵਿੱਚ ਬਹੁਤਾ ਕਰਜ਼ਾ ਜਿਹੜਾ ਹੈ ਉਹ ਪੰਜਾਬ ਦੇ ਜਿਹੜਾ ਸੰਤਾਪ ਸੀ, ਜਿਹੜਾ ਅਸੀਂ ਭੁਗਤਿਆ, ਉਹਨਾਂ ਦਿਨਾਂ ਦਾ ਚੜਾਇਆ ਹੋਇਆ। 9 ਤੋਂ ਲੈ ਕੇ 10 ਦੇ ਵਿੱਚ ਪਹੁੰਚਦੇ ਇਹ ਜਿਹੜਾ ਕਰਜ਼ਾ ਹੈ ਉਹ 53,000 ਕਰੋੜ ਹੋ ਜਾਂਦਾ ਹੈ। 14-15 ਤੱਕ ਪਹੁੰਚਦੇ ਹਾਲੇ ਤੱਕ ਇਹਦੀ ਰਫ਼ਤਾਰ ਬਹੁਤ ਜ਼ਿਆਦਾ ਨਹੀਂ ਵਧੀ ਹੋਈ, ਇਹ 49,000 ਕਰੋੜ ਹੋ ਜਾਂਦਾ ਹੈ। ਲੇਕਿਨ 16-17 ਤੱਕ ਪਹੁੰਚਦੇ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਆਉਂਦੀ ਹੈ, ਅਕਾਲੀਆਂ ਦੀ ਦੂਜੀ ਟਰਮ ਖਤਮ ਹੋ ਜਾਂਦੀ ਹੈ, ਤਾਂ ਇਹ ਕਰਜ਼ਾ ਹੁਣ ਵੱਧ ਕੇ 1,54,000 ਕਰੋੜ ਹੋ ਚੁੱਕਿਆ ਹੈ। ਹਾਲਾਂਕਿ ਜਿਹੜਾ ਸਰਕਾਰ ਦਾ ਚਾਰਜ ਲੈਣ ਵੇਲਿਆਂ ਪੰਜਾਬ ਸਰਕਾਰ ਵੱਲੋਂ, ਕਾਂਗਰਸ ਸਰਕਾਰ ਵੱਲੋਂ ਜਿਹੜਾ ਵਾਈਟ ਪੇਪਰ ਜਾਰੀ ਕੀਤਾ ਗਿਆ ਪੰਜਾਬ ਦੀ ਆਰਥਿਕ ਹਾਲਤ ਦੇ ਬਾਰੇ, ਉਹਦੇ ਵਿੱਚ ਜਿਹੜਾ ਇਹ ਕਲੇਮ ਕੀਤਾ ਗਿਆ ਉਹ 1,48,000 ਕਰੋੜ ਦੇ ਕਰੀਬ ਕਲੇਮ ਕੀਤਾ ਗਿਆ। ਲੇਕਿਨ ਨਾਲ ਥੱਲੇ ਇੱਕ ਛੋਟਾ ਜਿਹਾ ਸਟਾਰ ਪਾ ਕੇ ਲਿਖਿਆ ਹੋਇਆ ਕਿ ਹਾਲੇ ਪੂਰਾ ਹਿਸਾਬ ਕਿਤਾਬ ਨਹੀਂ ਹੋਇਆ। ਤੇ ਹੁਣ ਅੰਕੜੇ ਦੱਸਦੇ ਨੇ ਕਿ ਇਹ 1,54,000 ਕਰੋੜ ਰੁਪਇਆ ਸੀ 19-20 ਤੱਕ। ਹੁਣ ਕਮਾਲ ਦੀ ਗੱਲ ਇਹ ਹੈ ਕਿ ਕਾਂਗਰਸ ਜਦੋਂ ਵਾਈਟ ਪੇਪਰ ਦੇ ਵਿੱਚ ਆ ਕੇ ਅਕਾਲੀ ਸਰਕਾਰ ਦੀ ਬਹੁਤ ਜ਼ਬਰਦਸਤ ਨਿੰਦਾ ਕਰਦੀ ਹੈ ਕਿ ਉਹਨਾਂ ਦੀਆਂ ਖਰਾਬ ਪਾਲਿਸੀਆਂ ਦੇ ਚੱਲਦੇ ਪੰਜਾਬ ਦੇ ਉੱਪਰ ਇੰਨਾ ਕਰਜ਼ਾ ਚੜ੍ਹ ਗਿਆ। ਲੇਕਿਨ ਇਹ ਨਾ ਸੋਚਣਾ ਕਿ ਉਹਨਾਂ ਨੇ ਆ ਕੇ ਹਾਲਤ ਸੁਧਾਰਤੀ। ਉਹਨਾਂ ਨੇ ਹਾਲਤ ਜਿਹੜੀ ਪੰਜਾਬ ਦੀ ਹੋਰ ਵੀ ਖਰਾਬ ਕਰਤੀ। ਕਿੱਦਾਂ 2019 ਤੋਂ 20 ਤੱਕ ਇਹ ਕਰਜ਼ਾ ਵੱਧ ਕੇ 1,94,000 ਕਰੋੜ ਹੋ ਜਾਂਦਾ ਹੈ। ਕਾਫੀ ਜ਼ਿਆਦਾ ਫਰਕ ਪੈ ਜਾਂਦਾ। ਔਰ ਫਿਰ ਹੁਣ ਭਾਵ 2 ਸਾਲ ਉਹ ਤੇ 2 ਸਾਲ ਹੋਰ ਲਾ ਲਓ, ਇਹ ਹੋ ਗਿਆ 2.5 ਲੱਖ ਕਰੋੜ। 2.5 ਲੱਖ ਕਰੋੜ ਕਰਜ਼ਾ ਅੱਜ ਦੀ ਪੰਜਾਬ ਦੀ ਸਥਿਤੀ ਹੈ। ਤੇ ਕੈਗ ਦੀ ਇੱਕ ਰਿਪੋਰਟ ਹੈ CAG ਦੀ ਕਿ ਜੇ ਸਥਿਤੀ ਪੰਜਾਬ ਦੀ ਇੱਦਾਂ ਹੀ ਰਹੀ ਤਾਂ 2024-25 ਤੱਕ ਪੰਜਾਬ ਦੇ ਸਿਰ ਉੱਪਰ 4 ਲੱਖ ਕਰੋੜ ਦਾ ਕਰਜ਼ਾ ਹੋਏਗਾ। ਅੱਜ ਪੰਜਾਬ ਦੇ ਸਿਰ ਉੱਪਰ 2.5 ਲੱਖ ਕਰੋੜ ਦਾ ਕਰਜ਼ਾ ਹੈ ਔਰ ਇਹ ਕੋਈ ਥੋੜੀ ਰਕਮ ਨਹੀਂ ਹੈ। ਕਿਸੇ ਵੇਲੇ ਪੰਜਾਬ ਦੇਸ਼ ਦੀਆਂ ਚੋਟੀ ਦੀਆਂ ਸਟੇਟਸ ਦੇ ਵਿੱਚ ਗਿਣਿਆ ਜਾਂਦਾ ਸੀ, ਕਿਸੇ ਵੇਲੇ ਟੌਪ ਤੇ ਰਹਿ ਚੁੱਕਿਆ ਸੀ, ਬਹੁਤ ਅਮੀਰ ਸਟੇਟ ਗਿਣੇ ਜਾਂਦੇ ਸਾਂ। ਲੇਕਿਨ ਹੁਣ ਅਸੀਂ ਅਮੀਰ ਸਟੇਟ ਨਹੀਂ ਗਿਣੇ ਜਾਂਦੇ, ਹੁਣ ਅਸੀਂ ਇੱਕ ਕਰਜ਼ਾਈ ਸਟੇਟ ਗਿਣੀ ਜਾਂਦੇ ਹਾਂ। ਔਰ ਤੁਸੀਂ ਦੇਖ ਸਕਦੇ ਹੋ ਤਾਮਿਲਨਾਡੂ, ਗੁਜਰਾਤ, ਗੋਆ, ਇਹ ਸਾਡੇ ਨਾਲੋਂ ਅੱਗੇ ਖੜੀਆਂ ਸਟੇਟਾਂ ਨੇ। ਔਰ ਇਹ ਹੋਰ ਤੇ ਹੋਰ ਸਾਡੇ ਨਾਲੋਂ ਟੁੱਟੇ ਹੋਏ ਸਾਡੇ ਹਰਿਆਣਾ ਤੇ ਹਿਮਾਚਲ, ਉਹ ਸਾਡੇ ਨਾਲੋਂ ਬਹੁਤ ਅਗਾਂਹ ਨੇ। ਹਿਮਾਚਲ ਸਾਡੇ ਨਾਲੋਂ ਅੱਗੇ ਹੈ ਹੀ ਹੈ ਆਰਥਿਕ ਹਾਲਤ ਦੇ ਵਿੱਚ। ਕਮਾਲ ਦੀ ਗੱਲ ਇਹ ਹੈ ਕਿ ਸਾਡਾ ਗਵਾਂਢੀ ਹਰਿਆਣਾ, ਉਹ ਸਾਡੇ ਨਾਲੋਂ ਇੱਕ ਹਰਿਆਣਵੀ ਔਸਤਨ 1.5 ਗੁਣਾ ਜ਼ਿਆਦਾ ਅਮੀਰ ਹੋ ਚੁੱਕਿਆ ਹੈ। ਇੰਨਾ ਜ਼ਿਆਦਾ ਕਰਜ਼ਾ ਪੰਜਾਬ ਦੇ ਸਿਰ ਦੇ ਉੱਪਰ ਔਰ ਲਗਾਤਾਰ ਛੜੱਪੇ ਮਾਰਦਾ ਵੱਧ ਰਿਹਾ। ਸਿਰਫ ਇਹੀ ਇੱਕ ਅਸਲੀ ਮੁੱਦਾ ਹੈ ਜਿਹਦੀ ਕਰਕੇ ਪੰਜਾਬ ਦੇ ਵਿੱਚ ਵਿਕਾਸ ਦੇ ਸਾਰੇ ਕੰਮ ਰੁਕੇ ਹੋਏ ਨੇ ਔਰ ਪੰਜਾਬ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ। ਪਰ ਇਹ ਇੱਕ ਅਜਿਹਾ ਮੁੱਦਾ ਹੈ ਜਿਹਦੇ ਉੱਪਰ ਨਾ ਸਿਰਫ ਸਰਕਾਰਾਂ, ਆਮ ਲੋਕ, ਬੁੱਧੀਜੀਵੀ ਬਿਲਕੁਲ ਚੁੱਪ ਨੇ। ਇਹ ਚੁੱਪੀ ਇੰਨੀ ਕੁ ਸਾਜ਼ਿਸ਼ੀ ਹੈ ਕਿ ਰੈਦਰ ਇਹ ਪੰਜਾਬ ਦੇ ਉੱਪਰ ਭਾਰ ਖਰਚਾ ਵਧਾਉਂਦੀ ਜਾ ਰਹੀ ਹੈ। ਮੈਂ ਤੁਹਾਡੇ ਨਾਲ ਇਹ ਇੱਕ ਅਜੀਬ ਜੀ ਲਾਈਨ ਸ਼ੇਅਰ ਕਰ ਰਿਹਾ ਜਿਹੜੀ ਕਿ ਮੈਨੂੰ ਗੂਗਲ ਕਰਦਿਆਂ ਹੋਇਆਂ ਨੈੱਟ ਦੇ ਉੱਪਰੋਂ ਲੱਭੀ। ਉਹਦੇ ਲਿਖਿਆ ਜਾ ਰਿਹਾ ਕਿ ਪੰਜਾਬ ਇਜ਼ ਇਨ ਡੈਟ ਟ੍ਰੈਪ, ਕਿ ਪੰਜਾਬ ਇੱਕ ਕਰਜ਼ੇ ਦੇ ਜਾਲ ਵਿੱਚ ਫਸ ਚੁੱਕਿਆ, ਕਿ ਪੰਜਾਬ ਇੱਕ ਅਜਿਹੇ ਕਰਜ਼ੇ ਦੇ ਜਾਲ ਵਿੱਚ ਫਸ ਚੁੱਕਿਆ ਜਿਹਦੇ ਵਿੱਚੋਂ ਸ਼ਾਇਦ ਨਿਕਲ ਨਾ ਸਕੇ ਪੰਜਾਬ। ਹਾਲਾਂਕਿ ਮੈਂ ਜਾਣਦਾ ਕਿ ਨੈਸ਼ਨਲ ਮੀਡੀਆ ਜਦੋਂ ਕਿਸੇ ਸਟੇਟ ਨੂੰ ਟਾਰਗੇਟ ਕਰਨਾ ਸ਼ੁਰੂ ਕਰਦਾ ਹੈ, ਉਹ ਗੱਲਾਂ ਨੂੰ ਵਧਾਉਂਦਾ ਚੜਾਉਂਦਾ ਵੀ ਹੈ ਥੋੜ੍ਹਾ ਜਿਹਾ। ਆਫਕੋਰਸ ਜਿਹੜੀ ਇਹ ਕਰਜ਼ੇ ਦੀ ਸਮੱਸਿਆ ਹੈ ਇਕੱਲੇ ਪੰਜਾਬ ਦੀ ਨਹੀਂ ਹੈ, ਕੁਝ ਹੋਰ ਸਟੇਟਾਂ ਵੀ ਕਰਜ਼ੇ ਦੇ ਵਿੱਚ ਘਿਰੀਆਂ ਨੇ ਬੁਰੀ ਤਰ੍ਹਾਂ। ਪੂਰੇ ਦਾ ਪੂਰਾ ਦੇਸ਼ ਹੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਸਾਡਾ ਦੇਸ਼ ਕਦੇ ਵੀ ਅਜਿਹੀ ਹਾਲਤ ਵਿੱਚ ਨਹੀਂ ਰਿਹਾ ਕਿ ਅਸੀਂ ਕਹੀਏ ਕਰਜ਼ਾ ਮੁਕਤ ਹੈ। ਤੁਹਾਨੂੰ ਯਾਦ ਹੋਏਗਾ ਕਿ ਵਾਰ-ਵਾਰ ਇਤਿਹਾਸ ਦੇ ਵਿੱਚ ਸਾਨੂੰ ਕਦੇ ਸੋਨਾ ਰੱਖ ਕੇ
ਵਿਦੇਸ਼ਾਂ ਕੋਲੋਂ ਤੱਕ ਵੀ ਸਾਨੂੰ ਮਤਲਬ ਕਿ ਕਰਜ਼ਾ ਲੈਣਾ ਪਿਆ, ਔਰ RBI ਕੋਲੋਂ ਤਾਂ ਕਰਜ਼ਾ ਲੈਣ ਦੇ ਰਿਕਾਰਡ ਹੀ ਅਸੀਂ ਤੋੜੇ ਹੋਏ ਨੇ। ਭਾਵ ਸਾਡੀ ਦੇਸ਼ ਦੀ ਹਾਲਤ ਵੀ ਕਰਜ਼ੇ ਦੇ ਪੱਖੋਂ ਕੋਈ ਬਹੁਤ ਵਧੀਆ ਨਹੀਂ ਹੈ। ਔਰ ਜੇ ਹੋਰ ਸਟੇਟਾਂ ਗਿਣਨੀਆਂ ਹੋਣ ਤਾਂ ਮੈਂ ਕਹਾਂਗਾ ਕਿ ਗੋਆ, ਮਹਾਰਾਸ਼ਟਰ ਤੇ ਬੰਗਾਲ, ਇਹ 3 ਸਟੇਟਾਂ ਪੰਜਾਬ ਨਾਲੋਂ ਵੀ ਵੱਡੇ ਕਰਜ਼ੇ ਦੇ ਵਿੱਚ ਘਿਰੀਆਂ ਹੋਈਆਂ ਸਟੇਟਾਂ ਨੇ। ਪਰ ਉਹਨਾਂ ਦੇ ਮੁਕਾਬਲੇ ਪੰਜਾਬ ਦੀ ਸਥਿਤੀ ਕਈ ਤਰੀਕੇ ਦੇ ਨਾਲ ਖਰਾਬ ਹੈ। ਅਸੀਂ ਪੰਜਾਬ ਭੂਗੋਲਿਕ ਤੌਰ 'ਤੇ ਇੱਕ ਅਜਿਹੀ ਜਗ੍ਹਾ ਦੇ ਉੱਪਰ ਵਾਬਸਤਾ, ਇਹੋ ਜਿਹੀ ਜਗ੍ਹਾ ਦੇ ਉੱਪਰ ਹੈ ਜਿੱਥੇ ਸਾਨੂੰ ਥੋੜ੍ਹੀ ਜਿਹੀ ਵੀ ਕਿਸੇ ਕਿਸਮ ਦੀ ਤੰਗੀ ਬਹੁਤ ਵੱਡਾ ਨੁਕਸਾਨ ਦਿੰਦੀ ਹੈ। ਮੈਂ ਇਸ ਕਰਜ਼ੇ ਦੇ ਜਾਲ ਨੂੰ ਜਿਹੜੀ ਟਰਮ ਇਸਤੇਮਾਲ ਕੀਤੀ ਗਈ ਹੈ, ਮੈਂ ਬਿਲਕੁਲ ਇਸ ਦੇ ਨਾਲ ਐਗਰੀ ਕਰਦਾ। ਪੰਜਾਬ ਇੱਕ ਖਾਸ ਕਿਸਮ ਦੇ ਕਰਜ਼ੇ ਦੇ ਜਾਲ ਵਿੱਚ ਫਸਿਆ ਹੋਇਆ ਹੈ ਔਰ ਨਿਕਲ ਨਹੀਂ ਪਾ ਰਿਹਾ। ਕਿਉਂ ਨਹੀਂ ਨਿਕਲ ਪਾ ਰਿਹਾ? ਬਿਨਾਂ ਸ਼ੱਕ ਸਾਡੀਆਂ ਸਰਕਾਰਾਂ ਦੀਆਂ ਨੀਤੀਆਂ ਜ਼ਿੰਮੇਵਾਰ ਨੇ ਇਸ ਦੀਆਂ। ਠੀਕ ਹੈ ਜੀ, ਪੰਜਾਬ ਦੇ ਸਿਰ ਦੇ ਉੱਪਰ ਕਰਜ਼ਾ ਹੈ ਤਾਂ ਕਿਸ ਨੂੰ ਕਸੂਰ ਦੇਵਾਂਗੇ? ਸਰਕਾਰਾਂ ਚਲਾਉਣ ਵਾਲਿਆਂ ਨੂੰ। ਤੁਸੀਂ ਆਮ ਲੋਕਾਂ ਨੂੰ ਤਾਂ ਕਹਿ ਨਹੀਂ ਸਕਦੇ, ਕਿਉਂਕਿ ਆਮ ਲੋਕ ਤਾਂ ਸਰਕਾਰ ਚਲਾ ਨਹੀਂ ਰਹੇ। ਬੇਸਿਕਲੀ ਹੈ ਤਾਂ ਇਹ ਸਰਕਾਰੀ ਨੀਤੀਆਂ ਜਿਹੜੀਆਂ ਕਿ ਕਿਸੇ ਸਟੇਟ ਨੂੰ ਖੁਸ਼ਹਾਲ ਬਣਾਉਂਦੀਆਂ ਨੇ ਜਾਂ ਕਿਸੇ ਸਟੇਟ ਨੂੰ ਬਰਬਾਦ ਕਰਦੀਆਂ ਨੇ। ਸੋ ਆਓ ਦੇਖਦੇ ਹਾਂ ਕਿ ਕਰਜ਼ੇ ਦਾ ਇਹ ਕੀ ਪ੍ਰਭਾਵ ਹੈ ਪੰਜਾਬ ਦੇ ਉੱਪਰ, ਔਰ ਕਿਹੜੀਆਂ ਨੀਤੀਆਂ ਨੇ ਜਿਨ੍ਹਾਂ ਕਰਕੇ ਇਹ ਕਰਜ਼ਾ ਪੰਜਾਬ ਦੇ ਉੱਪਰ ਲਗਾਤਾਰ ਵੱਧਦਾ ਗਿਆ। ਸਭ ਤੋਂ ਪਹਿਲੀ ਗੱਲ, ਜਦੋਂ ਕਿਸੇ ਸਟੇਟ ਦੇ ਵਿੱਚ ਇਹੋ ਜਿਹੀ ਹਾਲਤ ਬਣ ਜਾਂਦੀ ਹੈ ਕਿ ਉਹ ਕਰਜ਼ੇ ਦੇ ਵਿੱਚ ਹੈ, ਤਾਂ ਫਿਰ ਕੀ ਹੁੰਦਾ ਕਿ ਉਹਦੇ ਕਰਜ਼ੇ ਦਾ ਬਹੁਤਾ ਹਿੱਸਾ ਜਾਂ ਤਾਂ ਅਸੀਂ ਪ੍ਰਿੰਸੀਪਲ ਵਾਪਸ ਕਰਨਾ, ਜਾਂ ਅਸੀਂ ਕੀ ਹੁੰਦਾ ਕਿ ਵਿਆਜ ਵਾਪਸ ਕਰਨਾ। ਮੈਂ ਤੁਹਾਡੇ ਨਾਲ ਡਾਟਾ ਸ਼ੇਅਰ ਕਰਨਾ ਚਾਹਾਂਗਾ ਕਿ ਪੰਜਾਬ ਦਾ 2021 ਦਾ ਜਿਹੜਾ ਐਸਟੀਮੇਟਡ ਰੈਵਨਿਊ ਹੈ ਉਹ 88,000 ਕਰੋੜ ਹੈ। ਸਿਰਫ 88,000 ਕਰੋੜ ਰੈਵਨਿਊ ਪੰਜਾਬ ਨੇ ਸਾਰੇ ਸੋਰਸਿਸ ਤੋਂ ਜਨਰੇਟ ਕਰਨਾ, ਔਰ ਇਹਦੇ ਵਿੱਚ ਐਸਟੀਮੇਟਡ 1,55,000 ਕਰੋੜ ਰੁਪਏ ਸਾਡੇ ਖਰਚੇ ਨੇ ਪੰਜਾਬ ਸਰਕਾਰ ਦੇ, ਜਾਂ ਪੰਜਾਬ ਦੇ ਕਹਿ ਲਓ। ਆਫਕੋਰਸ ਇਹਦੇ ਵਿੱਚ ਤਨਖਾਹਾਂ ਨੇ, ਇਹਦੇ ਵਿੱਚ ਪੈਨਸ਼ਨਾਂ ਨੇ, ਇਹਦੇ ਵਿੱਚ ਬਹੁਤ ਸਾਰੀਆਂ ਸਕੀਮਾਂ ਨੇ, ਲੇਕਿਨ ਇਹ ਫਰਕ ਦੇਖੋ ਕਿੰਨਾ ਵੱਡਾ ਹੈ। 84,000 ਕਰੋੜ ਸਾਨੂੰ ਸਿਰਫ ਰੈਵਨਿਊ ਜਨਰੇਟ ਹੋਣਾ, ਔਰ 1,55,000 ਕਰੋੜ ਰੁਪਇਆ ਸਾਡੇ ਖਰਚੇ ਨੇ। ਔਰ ਇਹਦੇ ਵਿੱਚ ਤੁਸੀਂ ਕਮਾਲ ਦੀ ਚੀਜ਼ ਨੋਟ ਕਰੋ ਕਿ ਜਿਹੜਾ ਕਰਜ਼ਾ ਹੈ ਪੰਜਾਬ ਦੇ ਸਿਰ ਦੇ ਉੱਪਰ, ਉਹ ਇਸ ਸਾਰੇ ਰੈਵਨਿਊ ਨੂੰ ਕਿਵੇਂ ਅਫੈਕਟ ਕਰਦਾ, ਕਿਵੇਂ ਪ੍ਰਭਾਵ ਪਾਉਂਦਾ। 48,000 ਕਰੋੜ ਰੁਪਇਆ ਤਾਂ ਅਸੀਂ ਪ੍ਰਿੰਸੀਪਲ ਵਾਪਸ ਕਰਦੇ ਹਾਂ ਹਰ ਸਾਲ, ਔਰ 19,000 ਕਰੋੜ ਰੁਪਇਆ ਜਿਹੜਾ ਹੈ ਉਹ ਅਸੀਂ ਵਿਆਜ ਦਿੰਦੇ ਹਾਂ। ਐਸਟੀਮੇਟ ਹੈ ਕਿ 2021-22 ਦੇ ਵਿੱਚ ਅਸੀਂ 20,000 ਕਰੋੜ ਰੁਪਇਆ ਤਾਂ ਸਿਰਫ ਵਿਆਜ ਹੀ ਵਾਪਸ ਕਰ ਰਹੇ ਹੋਵਾਂਗੇ ਜਿੰਨਾ ਏਜੰਸੀਆਂ ਕੋਲੋਂ ਅਸੀਂ ਕਰਜ਼ਾ ਲਿਆ ਹੋਇਆ। ਤਾਂ ਇਹ ਕੁੱਲ 67,000 ਕਰੋੜ ਰੁਪਇਆ ਹੋ ਗਿਆ। ਮਤਲਬ ਕਿ 88,000 ਕਰੋੜ ਰੁਪਇਆ ਜਿਹੜਾ ਸਾਡਾ ਟੋਟਲ ਰੈਵਨਿਊ ਹੈ, ਉਹਦੇ ਵਿੱਚੋਂ 67,000 ਕਰੋੜ ਰੁਪਇਆ ਤਾਂ ਕਰਜ਼ੇ ਨੂੰ ਹੀ ਸਮਰਪਿਤ ਹੈ। ਔਰ ਬਾਕੀ ਜਿਹੜਾ ਤੁਹਾਡੇ ਕੋਲ 21,000 ਕਰੋੜ ਰੁਪਇਆ ਬਚਿਆ, ਤੁਸੀਂ ਲਾ ਲਓ ਹਿਸਾਬ ਉਹਦੇ ਵਿੱਚੋਂ ਕਿੰਨੀ ਕੁ ਡਿਵੈਲਪਮੈਂਟ ਹੋ ਸਕਦੀ ਹੈ, ਕਿੰਨਾ ਕੁ ਅਸੀਂ ਉਸ ਦੇ ਨਾਲ ਵਿਕਾਸ ਕਰ ਸਕਦੇ ਹਾਂ। ਹਾਲੇ ਸਾਡੇ ਹੋਰ ਵੀ ਕਈ ਅਨਾਪ ਸ਼ਨਾਪ ਖਰਚੇ ਨੇ ਸਾਡੇ। ਤਾਂ ਇਹ ਇੱਕ ਬਹੁਤ ਭਿਆਨਕ ਸਥਿਤੀ ਹੈ ਜਿਹੜੀ ਕਿ ਸਾਨੂੰ ਕਰਜ਼ੇ ਦੇ ਜਾਲ ਵਿੱਚ ਫਸਾਉਂਦੀ ਹੈ। ਔਰ ਜਿਹੜਾ ਮਗਰ 1,88 ਜਿਹੜਾ 1,55 ਦਾ ਬਚਿਆ ਹੋਇਆ ਹਿੱਸਾ ਹੈ, ਅਸੀਂ ਉਹ ਕੀ ਕਰਦੇ ਹਾਂ? ਅਸੀਂ ਹਰ ਸਾਲ ਹੋਰ ਲੋਨ ਲੈਂਦੇ ਹਾਂ। ਇਸ ਨੂੰ ਕਰਜ਼ੇ ਦਾ ਜਾਲ ਕਿਹਾ ਜਾਂਦਾ ਹੈ ਕਿ ਤੁਸੀਂ ਲੋਨ ਲੈਂਦੇ ਹੋ, ਉਸ ਨੂੰ ਵਾਪਸ ਕਰਦੇ ਹੋ, ਪ੍ਰਿੰਸੀਪਲ ਵਾਪਸ ਕਰਦੇ ਹੋ, ਇੰਟਰਸਟ ਵਾਪਸ ਕਰਦੇ ਹੋ, ਫਿਰ ਉਸ ਨੂੰ ਪੂਰਾ ਕਰਨ ਦੇ ਲਈ ਹੋਰ ਲੋਨ ਲੈ ਲੈਂਦੇ ਹੋ। ਪੰਜਾਬ ਕਈ ਸਾਲਾਂ ਤੋਂ, ਲਗਭਗ 20 ਸਾਲਾਂ ਤੋਂ ਤੁਸੀਂ ਮੰਨ ਕੇ ਚੱਲੋ ਕਿ ਕਰਜ਼ੇ ਦੇ ਆਸਰੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ। ਪੰਜਾਬੀ ਦਰਸ਼ਕੋ, ਤੁਹਾਡੇ ਵਿੱਚੋਂ ਬਹੁਤ ਸਾਰੇ ਪਿੰਡਾਂ ਤੇ ਮੰਡੀਆਂ ਨਾਲ ਜੁੜੇ ਹੋਏ ਨੇ। ਉਹ ਜਾਣਦੇ ਨੇ ਕਿ ਜਦੋਂ ਕੋਈ ਬੰਦਾ ਇਹੋ ਜਿਹੀ ਸਥਿਤੀ ਵਿੱਚ ਫਸ ਜੇ ਕਿ ਉਸ ਦੀ ਇਨਕਮ ਘੱਟ ਹੋਵੇ ਤੇ ਉਸ ਦੇ ਖਰਚੇ ਬਹੁਤ ਜ਼ਿਆਦਾ ਹੋਣ, ਫਿਰ ਉਹ ਵਿਆਜ ਲੈਂਦਾ ਤੇ ਫਿਰ ਉਹ ਵਿਆਜ ਦੇ ਉੱਪਰ ਪੈਸਾ ਚੁੱਕਦਾ, ਤੇ ਫਿਰ ਜਦੋਂ ਉਹ ਪੈਸਾ ਮੋੜਦਾ ਤੇ ਵਿਆਜ ਨਾਲ ਮੋੜਦਾ, ਫਿਰ ਵਿਆਜ ਤੇ ਫਿਰ ਵਿਆਜ ਲੱਗ ਜਾਂਦਾ, ਫਿਰ ਉਹਦੀ ਕੀ ਸਥਿਤੀ ਨਿਕਲਦੀ ਹੈ? ਸਥਿਤੀ ਇਹ ਨਿਕਲਦੀ ਹੈ ਕਿ ਉਹ ਇੱਕ ਸਟੇਟ ਦੇ ਉੱਪਰ ਖੁਦਕੁਸ਼ੀ ਕਰ ਜਾਂਦਾ। ਪੰਜਾਬ ਦੇ ਵਿੱਚ ਹਜ਼ਾਰਾਂ ਲੋਕ ਖੁਦਕੁਸ਼ੀ ਕਰਦੇ ਨੇ ਕਰਜ਼ੇ ਦੇ ਜਾਲ ਵਿੱਚ ਫਸ ਕੇ। ਉਹ ਇਹੋ ਜਿਹੇ ਹੀ ਪ੍ਰੋਸੈਸ ਦੇ ਵਿੱਚ ਫਸੇ ਹੁੰਦੇ ਨੇ। ਇਹ ਠੀਕ ਹੈ ਕਿ ਸਾਡੀ ਸਟੇਟ ਨੇ ਕਦੇ ਖੁਦਕੁਸ਼ੀ ਨਹੀਂ ਕਰਨੀ, ਲੇਕਿਨ ਇਹ ਖੁਦਕੁਸ਼ੀ ਤੋਂ ਘੱਟ ਸਥਿਤੀ ਨਹੀਂ ਹੈ। ਜੇ ਕਿਹਾ ਜਾਵੇ ਕਿ ਪੰਜਾਬ ਇੱਕ ਮਰ ਰਹੀ ਜਾਂ ਖੁਰ ਰਹੀ ਸਟੇਟ ਹੈ, ਤੁਸੀਂ ਗੂਗਲ ਦੇ ਉੱਪਰ ਜਾ ਕੇ ਸਰਚ ਕਰੋ, ਪੰਜਾਬ ਨੂੰ ਇੱਦਾਂ ਹੀ ਕਿਹਾ ਜਾਂਦਾ ਹੈ ਕਿ ਪੰਜਾਬ ਲਗਾਤਾਰ ਕਰਜ਼ੇ ਦੇ ਜਾਲ ਵਿੱਚ ਉਲਝਦਾ ਜਾ ਰਿਹਾ। ਇੱਕ ਦਿਨ ਇਹੀ ਪੰਜਾਬ ਦੀ ਬਰਬਾਦੀ ਦਾ ਕਾਰਨ ਬਣਨ ਜਾ ਰਿਹਾ। ਹਾਂ, ਇਹ ਇੱਕ ਬਹੁਤ ਖਤਰਨਾਕ ਸਥਿਤੀ ਹੈ। ਜਦੋਂ ਇਹੋ ਜਿਹੀ ਸਥਿਤੀ ਕਿਸੇ ਸਟੇਟ 'ਤੇ ਆ ਜਾਂਦੀ ਹੈ ਤਾਂ ਫਿਰ ਕੀ ਹੁੰਦਾ? ਤਨਖਾਹਾਂ ਨਹੀਂ ਮਿਲਦੀਆਂ। ਤੁਸੀਂ ਜਾਣਦੇ ਹੋ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ,
ਨਵੇਂ ਸੋਧੇ ਹੋਏ ਸਕੇਲ ਆਉਂਦੇ ਨੇ, ਉਹ ਨਹੀਂ ਮਿਲਦੇ, ਫਿਰ ਉਹ ਸਟ੍ਰਾਈਕਾਂ ਕਰਦੇ ਨੇ, ਕੁੱਟ ਪੈਂਦੀ ਉਹਨਾਂ ਨੂੰ, ਪੈਨਸ਼ਨਾਂ ਰੁਕ ਜਾਂਦੀਆਂ ਨੇ, ਡਿਵੈਲਪਮੈਂਟ ਦੀਆਂ ਸਕੀਮਾਂ ਰੁਕ ਜਾਂਦੀਆਂ ਨੇ। ਔਰ ਕਈ ਵਾਰੀ ਸਰਕਾਰਾਂ ਦੀ ਹਾਲਤ, ਪੰਜਾਬ ਸਰਕਾਰ ਦੀ ਹਾਲਤ ਇੰਨੀ ਕੁ ਖਸਤਾ ਹੋਈ ਹੈ ਵਿੱਚ ਜਦੋਂ ਉਹਨਾਂ ਨੂੰ ਉੱਤੋਂ ਲੋਨ ਨਹੀਂ ਮਿਲਦਾ ਜਾਂ GST ਦੇ ਪੈਸੇ ਟਾਈਮ ਸਿਰ ਵਾਪਸ ਨਹੀਂ ਆਉਂਦੇ ਕਿ ਪੰਜਾਬ ਆਪਣੇ ਵੱਖ-ਵੱਖ ਮਹਿਕਮਿਆਂ ਦੇ ਬਿਜਲੀ ਦੇ ਬਿੱਲ ਨਹੀਂ ਭਰ ਸਕਦਾ। ਇੱਕ ਬੜੀ ਇੰਟਰਸਟਿੰਗ ਘਟਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹਾਂਗਾ। 13/12/2019 ਨੂੰ ADGP ਜੇਲ੍ਹ ਸ਼੍ਰੀ ਪ੍ਰਵੀਨ ਸਿਨਹਾ ਇੱਕ ਚਿੱਠੀ ਲਿਖਦੇ ਆ ਪੰਜਾਬ ਪਾਵਰ ਕਾਰਪੋਰੇਸ਼ਨ ਨੂੰ ਲਿਮਟਿਡ ਨੂੰ ਕਿ ਸਾਡੇ ਕੋਲ ਜੇਲ੍ਹਾਂ ਦੇ ਬਿੱਲ ਭਰਨ ਜੋਗੇ ਪੈਸੇ ਨਹੀਂ ਹੈ, ਕਿਰਪਾ ਕਰਕੇ ਤੁਸੀਂ ਸਾਡੇ ਕਨੈਕਸ਼ਨ ਨਾ ਕੱਟੋ, ਸਾਡੇ ਕੈਦੀਆਂ ਦਾ ਕੀ ਬਣੂ, ਉਹ ਭੱਜ ਜਾਣਗੇ ਜੇਲ੍ਹਾਂ ਤੋਂ। ਬਕਾਇਦਾ ਇੱਕ ਚਿੱਠੀ ਲਿਖੀ ਜਾਂਦੀ ਹੈ, ਇਹ ਬਕਾਇਦਾ ਰਿਕਾਰਡ ਦੇ ਵਿੱਚ ਪਈ ਹੈ ਚਿੱਠੀ, ਕਿ ਚਿੱਠੀ ਲਿਖ ਕੇ ਸਾਡੀ ਸਰਕਾਰ ਕਹਿ ਰਹੀ ਹੈ ਕਿ ਸਾਡੇ ਬਿੱਲ ਨਾ ਕੱਟੋ, ਸਾਡੇ ਕੋਲੇ ਕਨੈਕਸ਼ਨ ਨਾ ਕੱਟੋ, ਸਾਡੇ ਕੋਲੇ ਬਿੱਲ ਭਰਨ ਨੂੰ ਪੈਸੇ ਨਹੀਂ ਹੈਗੇ। ਔਰ ਬੜਾ ਦੁਖਾਂਤਕ ਸਥਿਤੀ ਇਹ ਹੈ ਕਿ ਸਾਨੂੰ ਸੈਂਟਰ ਗੌਰਮੈਂਟ ਤੋਂ ਕੁਝ ਸਕੀਮਾਂ ਆਉਂਦੀਆਂ ਨੇ, ਜਿਵੇਂ ਕਿ ਮਨਰੇਗਾ ਟਾਈਪ ਸਕੀਮ ਹੋ ਗਈ, ਉਹਦੇ ਵਿੱਚ ਸੈਂਟਰ ਗੌਰਮੈਂਟ 60% ਦਿੰਦੀ ਹੈ ਜਿਵੇਂ ਕਿਸੇ ਸਕੀਮ ਦੇ ਵਿੱਚ, ਤੇ 40% ਦਾ ਸ਼ੇਅਰ ਜਿਹੜਾ ਹੈ ਉਹ ਪੰਜਾਬ ਸਰਕਾਰ ਨੇ ਦੇਣਾ ਹੁੰਦਾ ਹੈ। ਕਿੰਨੇ ਵਾਰੀ ਅਸੀਂ ਪੈਸੇ ਗੌਰਮੈਂਟ ਸੈਂਟਰ ਸਰਕਾਰ ਦੇ 60% ਇਸ ਲਈ ਵਾਪਸ ਕੀਤੇ ਨੇ ਕਿਉਂਕਿ ਸਾਡੇ ਕੋਲੇ ਦੇਣ ਨੂੰ 40% ਆਪਣਾ ਸ਼ੇਅਰ ਨਹੀਂ ਹੈ। ਇਹੋ ਜਿਹੀ ਸਥਿਤੀ ਪੰਜਾਬ ਦੇ ਉੱਪਰ ਆਈ ਹੋਈ ਹੈ। ਉਹ ਪੈਸਾ ਵਾਪਸ ਮੁੜ ਜਾਂਦਾ, ਸਾਡੇ ਕਿਸੇ ਕੰਮ ਨਹੀਂ ਆਉਂਦਾ, ਤੇ ਵਿਕਾਸ ਦੇ ਕਿੱਥੋਂ ਕੰਮ ਹੋਣਗੇ? ਸੋਸ਼ਲ ਸਟਰਕਚਰ ਬਿਲਕੁਲ ਤਬਾਹ ਹੋ ਜਾਂਦਾ। ਜੇ ਤੁਸੀਂ ਮੰਨ ਕੇ ਚੱਲੋ ਕਿ ਜੇ ਇਹੀ ਹਾਲਤ ਰਹੀ, ਪੰਜਾਬ ਇੱਦਾਂ ਹੀ ਕਰਜ਼ੇ ਦੇ ਵਿੱਚ ਜਾਂਦਾ ਰਿਹਾ, ਤਾਂ ਕੀ ਬਣੇਗਾ? ਸੋਸ਼ਲ ਡਿਵੈਲਪਮੈਂਟ ਦੇ ਸਾਰੇ ਕੰਮ ਰੁਕ ਜਾਣਗੇ, ਇਨਫਰਾਸਟਰਕਚਰ ਸਾਰੇ ਦਾ ਸਾਰਾ ਢਹਿ ਢੇਰੀ ਹੋਣਾ ਸ਼ੁਰੂ ਹੋ ਜਾਊਗਾ। ਅਸੀਂ GSDP ਨੂੰ ਚਾਹ ਕੇ ਵੀ, ਜਿੰਨੇ ਮਰਜ਼ੀ ਅਸੀਂ ਕੋਸ਼ਿਸ਼ ਕਰੀਏ, ਚਾਹ ਕੇ ਵੀ ਅਸੀਂ ਉਸ ਨੂੰ ਕਾਇਮ ਨਹੀਂ ਰੱਖ ਪਾਵਾਂਗੇ, ਉਸ ਨੂੰ ਬੂਸਟ ਨਹੀਂ ਕਰ ਪਾਵਾਂਗੇ। ਔਰ ਇਹ ਫਰਗਾਂ ਜਿਵੇਂ ਸਾਡੇ ਸਿਰ ਕਰਜ਼ਾ ਵੱਧਦਾ ਜਾਏਗਾ, ਇਟ ਮੀਨਸ ਕਿ ਸਾਨੂੰ ਕਰਜ਼ਾ ਮਿਲਣਾ ਵੀ ਬੰਦ ਹੋ ਜਾਏਗਾ ਇੱਕ ਸਟੇਜ ਦੇ ਉੱਪਰ, ਜਾਂ ਸਾਡੇ ਉੱਪਰ ਸ਼ਰਤਾਂ ਕਰੜੀਆਂ ਕਰ ਦੇਣਗੀਆਂ ਏਜੰਸੀਆਂ, ਕਿਉਂਕਿ ਸਾਡਾ ਬੈਕ ਰਿਕਾਰਡ ਦੇਖਿਆ ਜਾਏਗਾ, ਸਾਡਾ ਰੈਵਨਿਊ ਦੇਖਿਆ ਜਾਏਗਾ, ਅਸੀਂ ਕਿੰਨਾ ਕੁ ਰੈਵਨਿਊ ਜਨਰੇਟ ਕਰਦੇ ਹਾਂ ਔਰ ਬਦਲੇ ਦੇ ਵਿੱਚ ਸਾਡੇ ਖਰਚੇ ਕਿੰਨੇ ਨੇ। ਇੱਕ ਸਟੇਜ ਦੇ ਉੱਪਰ ਸਾਨੂੰ ਕਰਜ਼ਾ ਮਿਲਣਾ ਵੀ ਬੰਦ ਹੋ ਜਾਏਗਾ। ਇਹਦਾ ਮਤਲਬ ਹੈ ਕਿ ਅਸੀਂ ਸੈਂਟਰ ਮੂਹਰੇ ਸਰੈਂਡਰ ਕਰ ਜਾਵਾਂਗੇ। ਸੋ ਦੋਸਤੋ, ਅਸੀਂ ਇਸ ਵਿਸ਼ੇ ਤੇ ਗੱਲ ਕਰੀਏ ਚਾਹੇ ਨਾ ਕਰੀਏ, ਪਰ ਸਾਨੂੰ ਇਹ ਮੰਨਣ ਦੇ ਵਿੱਚ ਬਿਲਕੁਲ ਤਕਲੀਫ ਨਹੀਂ ਹੋਣੀ ਚਾਹੀਦੀ, ਝਿਜਕ ਨਹੀਂ ਹੋਣੀ ਚਾਹੀਦੀ ਕਿ ਪੰਜਾਬ ਕਰਜ਼ੇ ਦੇ ਜਾਲ ਵਿੱਚ ਫਸਿਆ ਹੋਇਆ, ਜਿਸ ਨੂੰ ਕਿਹਾ ਜਾਂਦਾ ਡੈਟ ਟ੍ਰੈਪ। ਅਨਫੋਰਚੂਨੇਟਲੀ ਅਸੀਂ ਇਹਦੇ ਬਾਰੇ ਗੱਲ ਨਹੀਂ ਕਰ ਰਹੇ, ਕਿਸੇ ਵੀ ਪੱਧਰ ਦੇ ਉੱਪਰ ਗੱਲ ਨਹੀਂ ਕਰ ਰਹੇ। ਸ਼ਾਇਦ ਅਸੀਂ ਡਰਦੇ ਹਾਂ, ਸਾਡੀਆਂ ਸਰਕਾਰਾਂ ਡਰਦੀਆਂ ਨੇ, ਉਹ ਤੱਥ ਲੁਕਾਉਂਦੀਆਂ ਨੇ, ਸਾਨੂੰ ਸੱਚ ਨਹੀਂ ਦੱਸਦੀਆਂ ਕਿ ਕਿਉਂ ਡਿਵੈਲਪਮੈਂਟ ਨਹੀਂ ਹੋ ਰਹੀ। ਜਿਹੜੀ ਸਰਕਾਰ ਆਉਂਦੀ ਹੈ ਦਾਅਵੇ ਕਰਦੀ ਹੈ ਵੱਡੇ ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਉਹ ਕਰ ਹੀ ਨਹੀਂ ਸਕਦੇ, ਉਹ ਝੂਠ ਬੋਲਦੇ ਨੇ। ਕਿਉਂ? ਕਿਉਂਕਿ ਪੰਜਾਬ ਦੇ ਕੋਲੇ ਪੈਸਾ ਹੀ ਨਹੀਂ ਹੈ, ਰੈਵਨਿਊ ਨਹੀਂ ਹੈ, ਪੰਜਾਬ ਦਾ ਖਜ਼ਾਨਾ ਖਾਲੀ ਹੈ। ਤੁਸੀਂ ਮਨਪ੍ਰੀਤ ਬਾਦਲ ਹੋਰਾਂ ਨੂੰ ਜਿੰਨਾ ਮਰਜ਼ੀ ਟਰੋਲ ਕਰੋ, ਹਕੀਕਤ ਦੇ ਵਿੱਚ ਉਹ ਇਕੱਲੇ ਜ਼ਿੰਮੇਦਾਰ ਨਹੀਂ ਹੈ, ਪੂਰਾ ਦਾ ਪੂਰਾ ਸਾਡਾ ਪੰਜਾਬ ਸਰਕਾਰਾਂ ਦਾ ਜਿਹੜਾ ਨੀਤੀਗਤ ਢਾਂਚਾ ਉਹ ਬਰਬਾਦ ਹੈ ਬਿਲਕੁਲ। ਜੇ ਸਾਡੇ ਸਰੀਰ ਦੇ ਕਿਸੇ ਐਸੇ ਵੈਸੇ ਹਿੱਸੇ ਦੇ ਵਿੱਚ ਕੋਈ ਫੋੜਾ ਹੋਵੇ ਤੇ ਸਾਨੂੰ ਉਹ ਹਿੱਸਾ ਨੰਗਾ ਕਰਨਾ ਹੀ ਪਏਗਾ। ਅਸੀਂ ਡਾਕਟਰ ਕੋਲੋਂ ਲੁਕੋ ਕੇ ਆਪਣਾ ਇਲਾਜ ਨਹੀਂ ਕਰਾ ਸਕਦੇ। ਅਨਫੋਰਚੂਨੇਟਲੀ ਪੰਜਾਬ ਦੇ ਬਿਲਕੁਲ ਇੱਦਾਂ ਕਹੀਏ ਕਿ ਸਭ ਤੋਂ ਵੱਡੇ ਹਿੱਸੇ ਦੇ ਵਿੱਚ ਇੱਕ ਫੋੜਾ ਹੈ, ਇਹ ਕਰਜ਼ਾ, ਔਰ ਇਹਦੇ ਬਾਰੇ ਅਸੀਂ ਗੱਲ ਨਹੀਂ ਕਰ ਰਹੇ। ਆਓ ਆਪਾਂ ਇਹਦੇ ਬਾਰੇ ਵਿਚਾਰ ਕਰਦੇ ਹਾਂ। ਮੈਂ ਇੱਕ ਵਾਰੀ ਫਿਰ ਤੁਹਾਨੂੰ ਯਾਦ ਦਿਵਾ ਦਿਆਂ ਕਿ ਮੈਂ ਕੋਈ ਅਰਥ ਸ਼ਾਸਤਰੀ ਨਹੀਂ ਹਾਂ। ਜਿੰਨਾ ਕੁ ਮੈਂ ਪੜ੍ਹਦਾ ਆਸੇ ਪਾਸਿਓਂ, ਉਸ ਨੂੰ ਸਰਲ ਭਾਸ਼ਾ ਦੇ ਵਿੱਚ ਤੁਹਾਡੇ ਤੱਕ ਲੈ ਕੇ ਆਉਣਾ ਮੇਰਾ ਤੇ ਪੰਜਾਬ ਪਲੱਸ ਦਾ ਇੱਕ ਸਾਡਾ ਟਾਰਗੇਟ ਹੈ, ਨਿਸ਼ਾਨਾ, ਜਿਹੜਾ ਕਿ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਔਰ ਬਿਨਾਂ ਸ਼ੱਕ ਮੈਂ ਕੁਝ IAS ਅਫਸਰਾਂ ਦੇ ਨਾਲ, ਕੁਝ ਪੋਲੀਟੀਸ਼ੀਅਨਸ ਦੇ ਨਾਲ ਇਹਦੇ ਬਾਰੇ ਗੱਲ ਕੀਤੀ ਕਿ ਉਹ ਇਹਦੇ ਬਾਰੇ ਕੀ ਸੋਚਦੇ ਨੇ। ਜੋ ਕੁਝ ਮੈਨੂੰ ਉਹਨਾਂ ਤੋਂ ਮਿਲਿਆ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਨ ਜਾ ਰਿਹਾ। ਇਹਦੇ ਕੁਝ ਪ੍ਰੋਬਲਮਸ ਕੀ ਨੇ। ਬਹੁਤੇ ਲੋਕਾਂ ਦਾ ਇਹ ਮੰਨਣਾ ਹੈ, ਜੋ ਮੈਨੂੰ ਵੀ ਨਜ਼ਰ ਆਉਂਦਾ ਹੈ, ਕਿ ਸਾਡੀਆਂ ਪੋਲੀਟੀਕਲ ਪਾਰਟੀਆਂ ਦੇ ਕੋਲੇ ਕੋਈ ਰੋਡ ਮੈਪ ਹੀ ਨਹੀਂ ਹੈ ਕਿ ਪੰਜਾਬ ਨੂੰ ਇਸ ਕਰਜ਼ੇ ਦੇ ਵਿੱਚੋਂ ਕਿਵੇਂ ਕੱਢਣਾ। ਰੋਡ ਮੈਪ ਨੂੰ ਤਾਂ ਮਾਰੋ ਗੋਲੀ। ਮੈਨੂੰ ਇੱਦਾਂ ਲੱਗਦਾ ਕਿ ਉਹਨਾਂ ਦੀ ਪ੍ਰਾਇੋਰਟੀ ਹੀ ਨਹੀਂ ਹੈ, ਉਹਨਾਂ ਦੀ ਇਹ ਕੋਸ਼ਿਸ਼ ਹੀ ਨਹੀਂ ਹੈ ਕਿ ਅਸੀਂ ਕਰਜ਼ੇ ਦੇ ਇਸ ਜਾਲ ਵਿੱਚੋਂ ਪੰਜਾਬ ਨੂੰ ਕੱਢਣਾ ਹੈ। ਉਹ ਥੋੜ੍ਹਾ ਜਿਹਾ ਹੋਰ ਕਰਜ਼ਾ ਲੈ ਲੈਂਦੇ ਨੇ। ਕਰਜ਼ਾ ਕਿਹੜਾ ਉਹਨਾਂ ਨੇ ਮੋੜਨਾ ਹੈ? ਕਰਜ਼ਾ ਤਾਂ ਪੰਜਾਬ ਸਰਕਾਰ ਨੇ ਮੋੜਨਾ ਨਾ। ਉਹਨਾਂ ਨੂੰ ਕੀ ਲੱਗਦਾ ਕਿ ਅਸੀਂ ਕੀ ਕਰਨਾ? ਤਾਂ ਉਹ ਇਹਦੇ ਬਾਰੇ ਸੋਚਦੇ ਹੀ ਨਹੀਂ, ਇਹਦੇ ਬਾਰੇ ਵਿਚਾਰ ਹੀ ਨਹੀਂ ਕਰਦੇ। ਵਰਨਾ ਕਿਵੇਂ ਹੋ ਸਕਦਾ ਕਿ 2017 ਦੇ ਵਿੱਚ ਜਿਹੜੀ ਕਾਂਗਰਸ ਅਕਾਲੀ ਸਰਕਾਰ ਦੀ ਨਿੰਦਾ ਕਰਦੀ ਹੈ ਵਾਈਟ ਪੇਪਰ ਦੇ ਵਿੱਚ ਕਿ ਉਹਨਾਂ ਨੇ ਪੰਜਾਬ ਸਿਰ ਇੰਨਾ ਕਰਜ਼ਾ ਵਧਾਤਾ, ਉਹ 4.5 ਸਾਲ ਦੇ ਵਿੱਚ 1 ਲੱਖ ਕਰੋੜ ਕਰਜ਼ਾ ਹੋਰ ਸਾਡੇ ਸਿਰ ਤੇ ਚਾੜ ਦਿੰਦੀ ਹੈ, ਜਾਂ ਕੋਈ ਨੀਤੀ ਨਹੀਂ ਬਣਾਉਂਦੀ ਕਿ ਇਸ ਨੂੰ ਬਦਲਿਆ ਜਾ ਸਕੇ। ਸੱਚੀ ਮੁੱਚੀ ਸਥਿਤੀ ਤਾਂ ਇਹ ਹੈ
कि पंजाब दियां जिन्नियां पोलीटिकल पार्टियां ने उन्हां कोल कोई रोड मैप नहीं है कि यह कर्जा लहूगा किवें और ਇਹਦੇ की इंपैक्ट ने। किसी भी पार्टी नाल गल करके देख लो, और इधर वो जदों भी आंदियां ने वो इस होर खर्चे नूं होर वधांदियां ने। किद्दां? जे तुहानूं याद होवे जदों भी हुण अजकल चोणां दे दिन चल रहे ने, जिवें ही पंजाब इलैक्शन मोड दे विच जांदा है पॉपूलर स्कीमां आउण लग पैंदियां ने। असीं आ बिजली फ्री देवांगे, असीं आह चीज़ फ्री देवांगे, असीं तुहाडे कर्जे माफ़ कर देंगे, असीं आ कर देंगे, असीं ओ कर देंगे। ये पॉपूलर स्कीमां ने, क्योंकि उन्होंने अपनी जेब चों नहीं देना, उन्होंने पार्टी फंड चों नहीं देना, उन्होंने केंद्र कोलों थोड़ा जिहा होर कर्जा लैना तो तुहानूं फड़ा देना, तुहानूं पता भी नहीं लगना। जिहड़ी भी सरकार आती है देखो पॉपूलर स्कीमां लैके आती है। यह इदां क्योंकि सीजनल, जिवें कि दिवाली के उपर होली के उपर मतलब कि स्कीमां आंदियां ने कि तुसीं आ चीज़ लो तुहानूं आ फ्री मिलू, तुहानूं आ फ्री देवांगे, आ फ्री देवांगे। जदों चोणां आंदियां ने सरकार लोकां तो वोटां लैण दे लई उन्हां नूं खुश करन दे चक्कर विच पै जांदियां ने। उस दे नाल की हुंदा कि साडे सिर ते कर्जा होर वध जांदा। यह एक बहुत वड्डा कारण है सरकारां दियां इहो जिहियां डंग टपाऊ ते लोकां नूं इदां कहो खुश करन वालियां स्कीमां, पॉपूलर स्कीमां असीं इन्हां नूं कहने आ, खास तौर ते यह चोणां वेले आंदियां ने। इहदे विच कोई दो राय नहीं कि जे असीं इस सारे सिस्टम नूं स्टडी करना होवे, जे मान लो असीं अज अकालियां नूं ब्लेम करना शुरू करिए जिवें कि कांग्रेस ने कीता, तो वो कहणगे कि असीं जदों असीं आए असीं उदों ही 40,000 करोड़ के कर्जे विच फसे होए सां, और ये जिहड़ा कर्जा सी पंजाब दे माड़े दिनां दा कर्जा सी। हालांकि वो जिहड़ी लड़ाई तो 1979 के आस पास शुरू हो जाती है, लेकिन केंद्र सरकार उसनूं 1983 तो लैके 1994 के 10 पीरियड साल गिणदा है, और उस 10 सालों के विच जिहड़ा पंजाब के सिर के उपर कर्जा सी 38,000 करोड़ का कर्जा होर चढ़िया। अकाली उसनूं दोष दे दिंदे ने, असीं मन लैंदे हां, लेकिन अकालियां दे समय दौरान चढ़िया जिहड़ा कर्जा उसकी गल कांग्रेस करती है, लेकिन चुप चपीते, और कांग्रेस के समय की गल कोई पार्टी नहीं करूगी। असली मुद्दे इत्थे पए ने, असीं उहदे बारे गल नहीं करना चाहुंदे। असीं पॉपूलर स्कीमां दे विच लोकां नूं उलझा लैंदे हां, क्योंकि फिर मैं रिपीट करदा वो कि असीं अपनी जेब दे विचों नहीं देना। असली प्रॉब्लम तो यही है कि पंजाब दे विच इनकम के वसीले बहुत घट ने। जो तुसीं गिनना चाहो तो पंजाब दे कोल इनकम के किहड़े वसीले ने? सानूं ओह इदां कहो कि कुछ बिना जी GST तो चीज़ां बच गई। अव्वल तो GST दे विच सारा कुछ केंद्र लै गया, फिर भी साडे कोले शराब है और कुछ माइनिंग है, इहो जी कुछ एरिए ने जिन्हां कोलों सानूं प्रॉपर्टी टैक्स वगैरह के रूप दे लोग पंजाब सरकार नूं कितों रैवेन्यू जनरेट हुंदा। लेकिन ये बहुत ज़्यादा इनकम नहीं है। पंजाब बेसिकली खेतीबाड़ी स्टेट है। पंजाब नूं जिन्ना भी रैवेन्यू मिलना वो खेतीबाड़ी तो मिलना है, लेकिन पिछले 20 सालों के तुसीं देख सकते हो खेतीबाड़ी का स्ट्रक्चर लगातार तबाह होंदा गया। आज़ादी तो बाद भी पंजाब दे विच खेतीबाड़ी कोई कमाऊ धंधा नहीं सी, लेकिन एक ग्रीन रेवोल्यूशन हरी क्रांति का एक टाइम जरूर सी जिसने पंजाब नूं बहुत वड्डा पैसा कमा के दिता, लेकिन उस ने ही सानूं एक वखरी किस्म के खेतीबाड़ी उलझन विच फसा के रखता। असीं उदों ही इन्ना ज़्यादा उलझ गए कि असीं निकल ही नहीं पाए उस ट्रैप तो। असीं खेतीबाड़ी उपर निर्भर हाँ। अज भी साडियां जिन्नियां स्कीमां बनदियां ने वो खेतीबाड़ी ओरीएंटेड ने, जदों कि सानूं इन्वेस्टमेंट खेतीबाड़ी के नाल उद्योगीकरण तो मिलनी है, और असी इन्वैसटर्स नूं पंजाब च आकर्षित नहीं कर पा रहे। हालांकि कहती हर सरकार है कि असी इन्वैसटर्स नूं लैके आवांगे, लेकिन साडे कोल इन्वैसटर्स आ नहीं रहे। अरे इधर पंजाब के किन्ने इन्वैसटर्स ने उठ के बाहर भज्जे ने। तुसीं देखो सारी दी सारी फार्मास्यूटिकल कंपनीज जिहड़ियां ने वो हिमाचल बद्दी दे विच शिफ्ट हो गईयां, और जिहड़ी सारी कॉटन ते वूलन जिहड़ी इंडस्ट्री सी सारी दी सारी मध्य प्रदेश चली गई। हिमाचल प्रदेश साडे कोल बहुत वड्डी इंडस्ट्री खो के लै गया। क्यों? सानूं सोचना पेगा किते साडीआं सरकारां दीआं नीतियां ते कसूरवार नहीं, और कसूरवार तो है। असीं जानते हैं कि जदों कोई नवीं पार्टी इन्वैसट करन पंजाब दे विच आंदी है, इन्वैसटर नवें दा नवां आंदा है, असीं ये नहीं पुछदे कि पंजाब नूं की फायदा होऊगा, असीं ये पुछदे हां कि मैनूं की फायदा होऊगा। तुसीं देख सकते हो जीरकपुर तो पटियाले दे रोड विच जांदे होए, लुधियाने जांदे होए रस्ते च किड्डे स्टोर ने। किन्हां दे स्टोर ने? वो आम लोगों के स्टोर नहीं है, मेरा कोई नहीं है, तुहाडा कोई नहीं है, साडे वर्गे आम लोगों का कोई स्टोर नहीं है। वो सारे दे सारे पोलीटिकल लोगों के स्टोर ने। पब्लिक सैक्टर नूं असीं तबाह करता। पब्लिक सैक्टर कुछ रैवेन्यू जनरेट करके दे सकता सी, लेकिन पब्लिक सैक्टर के उपर फिर असी उहदे विच माफिया वाड़ता। रेतां तो माइनिंग तो जिन्ने दा जिन्ना पैसा आ रहा सी असी जानते हैं पंजाब सरकार कोल नहीं पहुँचता, वो सारे दे सारे माफिया के लोग लै जांदे ने। वो माफिया किन्हां दी शय ते चलदा मैनूं इह कहण दी लोड़ नहीं। और इस तरीके नाल ट्रांसपोर्ट पंजाब दे विच पूरी दी पूरी PRTC बर्बाद की गई, और उहदे बदले दे विच किन्नियां वड्डियां प्राइवेट ट्रांसपोर्टेशन जिहड़ियां सी अकालियां दी मदद नाल खड़ियां होईयां। असीं इस गल तो इनकार नहीं कर सकते। तुसीं सरकारी जिहड़ा सैक्टर सी बिल्कुल तबाह करता उसनूं, और उत्थों रैवेन्यू आ सकदा सी। और
ਕਰਜ਼ੇ ਤੇ ਵਿਆਜ ਦੇ ਚੱਕਰ ਵਿੱਚੋਂ ਨਿਕਲਣ ਦੀ ਸਾਡੀ ਸਰਕਾਰ ਦੀ ਕੋਈ ਪਾਲਿਸੀ ਹੀ ਨਹੀਂ ਕਿ ਅਸੀਂ ਇਸ ਕਰਜ਼ੇ ਤੇ ਵਿਆਜ ਦੇ ਵਿੱਚੋਂ ਨਿਕਲ ਸਕੀਏ। ਅਸੀਂ ਉਹਦੇ ਵਿੱਚੋਂ ਨਹੀਂ ਨਿਕਲ ਸਕਦੇ। ਸਬਸਿਡੀ ਸਾਡੀ ਇੱਕ ਹੋਰ ਬਹੁਤ ਵੱਡੀ ਪ੍ਰੋਬਲਮ ਹੈ। ਜਦੋਂ ਚੋਣਾਂ ਆਉਂਦੀਆਂ ਨੇ ਅਸੀਂ ਇਲੈਕਸ਼ਨ ਲੈਣ ਲਈ ਸਬਸਿਡੀਆਂ ਦੇ ਰਹੇ ਹਾਂ। ਮੰਨੇ ਚਾਹੇ ਕੋਈ ਸਰਕਾਰ ਨਾ ਮੰਨੇ, ਹਕੀਕਤ ਦੇ ਵਿੱਚ ਸਬਸਿਡੀ ਸਾਡੀ ਪ੍ਰੋਬਲਮ ਹੈ। ਅੱਜ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ, ਉਹ ਸੰਘਰਸ਼ ਕਰ ਰਹੇ ਆ, ਪਰ ਕਿਸਾਨ ਇਹ ਨਹੀਂ ਭੁੱਲ ਸਕਦੇ ਕਿ ਉਹਨਾਂ ਨੂੰ ਵੀ ਵੱਡੇ ਪੱਧਰ ਤੇ ਬਿਜਲੀ ਦੇ ਰੂਪ ਦੇ ਵਿੱਚ ਸਬਸਿਡੀ ਦਿੱਤੀ ਗਈ ਔਰ ਉਹ ਸਬਸਿਡੀ ਹੇਠਲੇ ਵਰਗ ਕਿਸਾਨਾਂ ਤੱਕ ਫੇਰ ਨਹੀਂ ਪਹੁੰਚੀ। ਉਹ ਪਹੁੰਚੀ ਫਿਰ ਧਨੀ ਕਿਸਾਨੀ ਤੱਕ ਬਿਜਲੀ ਦੇ ਰੂਪ ਦੇ ਵਿੱਚ। ਮੇਰੇ ਕੋਲ ਇੱਕ ਡਾਟਾ ਹੈ, ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਕਿ ਸਿਰਫ 2020 ਦੇ ਵਿੱਚ ਕਿੰਨੀ ਸਬਸਿਡੀ ਟੋਟਲ ਜਾਣੀ ਹੈ। ਇਹਦੇ ਵਿੱਚ 8,969 ਕਰੋੜ ਰੁਪਇਆ ਖੇਤੀ ਨੂੰ ਸਬਸਿਡੀ ਜਾਣੀ ਹੈ ਔਰ 1,513 ਸਿਰਫ ਉਦਯੋਗ ਨੂੰ ਜਾਣੀ ਹੈ ਔਰ ਬਾਕੀ ਜਿਹੜੀ ਲੋਕਾਂ ਨੂੰ ਖੁਸ਼ ਕਰਨ ਦੀਆਂ ਸਕੀਮਾਂ ਨੇ 1,916 ਕਰੋੜ ਉਹਦੇ ਉੱਪਰ ਸਬਸਿਡੀ ਜਾਣੀ ਹੈ। ਇਹ ਸਬਸਿਡੀ ਦਿੱਤੀ ਜਾਂਦੀ ਹੈ ਔਰ ਉਹਨਾਂ ਲੋਕਾਂ ਤੱਕ ਫਿਰ ਨਹੀਂ ਪਹੁੰਚਦੀ ਜਿਨ੍ਹਾਂ ਨੂੰ ਇਹਦੀ ਲੋੜ ਹੈ। ਉਹ ਰਸਤੇ ਵਿੱਚ ਹੀ ਕਿਤੇ ਖਾ ਪੀ ਜਾਂਦੇ ਨੇ ਲੋਕ। ਇਹ ਸਾਨੂੰ ਸਬਸਿਡੀ ਤੇ ਚੈੱਕ ਲਾਉਣਾ ਪਏਗਾ। ਇਹ ਸਬਸਿਡੀ ਉਸੇ ਹੀ ਸੈਕਟਰ ਨੂੰ ਦਿੱਤੀ ਜਾਵੇ ਜਿੱਥੇ ਸੱਚੀ ਮੁੱਚੀ ਲੋੜ ਹੈ, ਉਸੇ ਹੀ ਲੋਕਾਂ ਤੱਕ ਪਹੁੰਚੇ ਜਿਨ੍ਹਾਂ ਨੂੰ ਲੋੜ ਹੈ, ਜਾਂ ਕੋਈ ਨਵੀਂ ਇਨੋਵੇਸ਼ਨ ਹੋ ਸਕਦੀ ਹੈ, ਜਾਂ ਇੱਦਾਂ ਕਹੀਏ ਕਿ ਜਿਹੜਾ ਪੰਜਾਬ ਨੂੰ ਜਿਸ ਦਾ ਫਾਇਦਾ ਹੋ ਸਕਦਾ ਹੈ। ਅਸੀਂ ਸਿਰਫ ਖੇਤੀਬਾੜੀ ਉੱਪਰ ਫੋਕਸ ਨਹੀਂ ਕਰ ਸਕਦੇ, ਸਾਨੂੰ ਪੂਰੀ ਦੀ ਪੂਰੀ ਇਕਨੋਮੀ ਨੂੰ ਬੂਸਟ ਕਰਨਾ ਪਏਗਾ। ਉਹਦੇ ਵਿੱਚ ਇੰਡਸਟਰੀ ਵੀ ਆਏਗੀ, ਉਹਦੇ ਵਿੱਚ ਪ੍ਰਾਈਵੇਟ ਸੈਕਟਰ ਦੇ ਨਾਲ ਨਾਲ ਸਰਕਾਰੀ ਸੈਕਟਰ ਵੀ ਆਏਗਾ। ਐਜੂਕੇਸ਼ਨ ਇੱਕ ਬਹੁਤ ਵੱਡੀ ਹੱਬ ਪੰਜਾਬ 'ਚ ਬਣ ਸਕਦੀ ਹੈ। ਹੁਣ ਪੰਜਾਬ ਦੇ ਕੋਲੇ ਬਹੁਤ ਜ਼ਿਆਦਾ ਵਸੀਲੇ ਨਾ ਹੋਣ ਕਰਕੇ ਸਾਨੂੰ ਨਵੇਂ ਵਸੀਲੇ ਕ੍ਰੀਏਟ ਕਰਨੇ ਪੈਣਗੇ। ਟੂਰਿਜ਼ਮ ਕ੍ਰੀਏਟ ਹੋ ਸਕਦਾ, ਟੂਰਿਜ਼ਮ ਕ੍ਰੀਏਟ ਹੋ ਸਕਦਾ ਪੰਜਾਬ ਦੇ ਵਿੱਚ। ਇੰਡਸਟਰੀ, ਮਿਊਜ਼ਿਕ ਇੰਡਸਟਰੀ ਔਰ ਫਿਲਮ ਇੰਡਸਟਰੀ ਨੂੰ ਬੂਸਟ ਮਿਲੇ ਤਾਂ ਇਹ ਇੰਡਸਟਰੀ ਬਹੁਤ ਵੱਡਾ ਕ੍ਰਿਸ਼ਮਾ ਕਰ ਸਕਦੀ ਹੈ। ਔਰ ਫ੍ਰੀ ਦਾ ਕਲਚਰ, ਇਹ ਤਾਂ ਸਾਨੂੰ ਇੱਦਾਂ ਮੰਨ ਕੇ ਚੱਲੀਏ ਕਿ ਟੋਟਲ ਹੀ ਬੰਦ ਕਰਨਾ ਪਏਗਾ। ਮੁਫਤ ਆ ਦਿਆਂਗੇ, ਕਰਜ਼ੇ ਮਾਫ ਕਰ ਦਿਆਂਗੇ, ਇਹ ਸਕੀਮਾਂ ਸਾਨੂੰ ਛੱਡਣੀਆਂ ਪੈਣਗੀਆਂ। ਇਹ ਬਹੁਤ ਵੱਡੀ ਪ੍ਰੋਬਲਮ ਹੈ। ਤੁਸੀਂ ਇੱਕ ਬੰਦੇ ਨੂੰ ਮੁਫਤ ਦਿੰਦੇ ਹੋ, ਕਿੱਥੋਂ ਮੁਫਤ ਦਿੰਦੇ ਹੋ? ਜਾਂ ਤਾਂ ਉਹ 20 ਦੀ ਜੇਬ 'ਚੋਂ ਕੱਢ ਕੇ ਇਹ ਨੂੰ ਮੁਫਤ ਦੇ ਦਿੰਦੇ ਹੋ, ਜਾਂ ਇੱਦਾਂ ਕਹੀਏ ਕਿ ਅਸੀਂ ਹੋਰ ਕਰਜ਼ਾ ਚੱਕ ਲਿਆ ਔਰ ਪ੍ਰਾਈਵੇਟ ਸੈਕਟਰ ਦੇ ਉੱਪਰ ਜਿਹੜਾ ਮਾਫੀਏ ਦਾ ਕਰਜ਼ਾ, ਇਸ ਨੂੰ ਤੋੜਨਾ ਪਏਗਾ। ਇਹ ਪੈਸਾ ਲੋਕਾਂ ਦੀ ਜੇਬ 'ਚ, ਮਾਫੀਏ ਦੀ ਜੇਬ ਦੇ ਵਿੱਚ ਜਾ ਰਿਹਾ ਹੈ। ਇਹ ਸ਼ਰਾਬ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਕਿੰਨੀਆਂ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਨੇ। ਉਹ ਰੈਵਨਿਊ ਸਰਕਾਰਾਂ ਕੋਲੇ ਨਹੀਂ ਜਾ ਰਿਹਾ ਔਰ ਰੇਤਾ ਇਸੇ ਤਰੀਕੇ ਨਾਲ ਕਰੈਸ਼ਰ, ਸਾਰੇ ਕਿਤੇ ਦੇ ਸਾਰੇ ਹਥਿਆਰਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਜਿਹੜਾ ਇਹ ਘਪਲੇਬਾਜ਼ੀ ਹੈ, ਇਹ ਸਾਰੀ ਚੱਲ ਰਹੀ ਹੈ। ਆਓ ਆਪਾਂ ਇਸ ਵਿਸ਼ੇ ਨੂੰ ਸਮ ਅਪ ਕਰਦੇ ਹਾਂ। ਪੰਜਾਬ ਸਰਕਾਰ ਨੂੰ ਕੁਛ ਨਾ ਕੁਛ ਇਹਦੇ ਬਾਰੇ, ਜੇ ਕੋਈ ਪਾਰਟੀ ਸੱਚੀ ਮੁੱਚੀ ਪੰਜਾਬ ਨੂੰ ਕਰਜ਼ੇ ਦੇ ਜਾਲ ਵਿੱਚੋਂ ਕੱਢਣਾ ਚਾਹੁੰਦੀ ਹੈ ਤਾਂ ਉਹਨਾਂ ਨੂੰ ਠੋਸ ਸਕੀਮਾਂ ਚਾਹੀਦੀਆਂ ਨੇ ਔਰ ਬਿਨਾਂ ਸ਼ੱਕ ਕਿਤੇ ਨਾ ਕਿਤੇ ਲੋਕ ਵੀ ਇਹਦੇ ਜ਼ਿੰਮੇਦਾਰ ਨੇ। ਮੈਂ ਇਹ ਨਹੀਂ ਕਹਾਂਗਾ ਕਿ ਬਿਲਕੁਲ, ਪਰ ਕੁਛ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਕਿੰਨਾ ਵੱਡਾ ਰੀਅਲਟੀ ਦਾ ਕੰਮ ਹੈ ਔਰ ਰੀਅਲਟੀ ਦੇ ਨਾਮ ਉੱਪਰ ਬਹੁਤ ਵੱਡਾ ਗੜਬੜ ਕੀਤੀ ਜਾਂਦੀ ਹੈ। ਅਸੀਂ 2 ਨੰਬਰ ਦੇ ਵਿੱਚ ਸਾਰੇ ਦਾ ਸਾਰਾ ਕੰਮ ਕਰਦੇ ਹਾਂ, ਉਹ ਰੈਵਨਿਊ ਪੰਜਾਬ ਸਰਕਾਰ ਤੱਕ ਨਹੀਂ ਪਹੁੰਚਦਾ। ਮੈਰਿਜ ਪੈਲੇਸ ਦੇ ਵਿੱਚ ਵਿਆਹ ਕੀਤੇ ਜਾਂਦੇ ਨੇ ਧੂਮਧਾਮ ਦੇ ਨਾਲ, ਲੇਕਿਨ ਜਦੋਂ GST ਜਾਂ ਹੋਰ ਬਿੱਲ ਪੇ ਕਰਨ ਦੀ ਪ੍ਰੋਬਲਮ ਆਉਂਦੀ ਹੈ ਉਦੋਂ ਅਸੀਂ ਪਿੱਛੇ ਹਟ ਜਾਂਦੇ ਹਾਂ। GST ਇੱਕ ਬਹੁਤ ਵੱਡੀ ਪ੍ਰੋਬਲਮ ਹੈ। ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਮੈਂ ਇੱਕ ਗੱਲ ਨਾਲ ਗੱਲ ਖਤਮ ਕਰਨੀ ਚਾਹਾਂਗਾ। ਮਨਪ੍ਰੀਤ ਬਾਦਲ ਸਨ ਜਿਨ੍ਹਾਂ ਨੇ GST ਦਾ ਸਮਰਥਨ ਕੀਤਾ ਸੀ। ਹਾਲਾਂਕਿ GST ਸ਼ਰੇਆਮ ਰਾਜਾਂ ਦੇ ਉੱਪਰ ਇੱਕ ਧੱਕਾ ਸੀ, ਰਾਜਾਂ ਦੇ ਨਾਲ, ਔਰ ਫੈਡਰਲਿਜ਼ਮ ਦੇ ਉੱਪਰ ਇੱਕ ਹੋਰ ਅਟੈਕ ਸੀ। ਲੇਕਿਨ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਪਿੱਛੋਂ ਜੇ ਕਿਤੇ ਇੱਕ ਬਿਆਨ ਦਿੱਤਾ ਕਿਸੇ ਅਖਬਾਰ ਨੂੰ, ਉਹ ਕਹਿੰਦੇ ਨੇ ਕਿ ਉਹਨਾਂ ਦਾ ਬਿਆਨ ਬਹੁਤ ਮਹੱਤਵਪੂਰਨ ਹੈ, ਜਿਹੜੀ ਦੱਸਦੀ ਹੈ ਕਿ ਰਾਜਾਂ ਨੂੰ ਕਿਸ ਤਰੀਕੇ ਦੇ ਨਾਲ ਹੈਂਡੀਕੈਪਟ ਕੀਤਾ ਜਾ ਰਿਹਾ ਆਰਥਿਕ ਤੌਰ ਦੇ ਉੱਪਰ। ਮੈਂ ਉਹ ਬਿਆਨ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ। ਉਹ ਕਹਿੰਦੇ ਨੇ ਕਿ ਅਸੀਂ ਇਹ ਸੋਚ ਕੇ ਰਾਜਾਂ ਦੀ ਪ੍ਰਭੂ ਸੱਤਾ, ਆਰਥਿਕ ਪ੍ਰਭੂ ਸੱਤਾ, ਰਾਜਾਂ ਦੇ ਅਧਿਕਾਰ ਕੇਂਦਰ ਸਰਕਾਰ ਨੂੰ GST ਦੇ ਰੂਪ ਵਿੱਚ ਸੌਂਪੇ ਸੀ ਕਿ ਇਹਦੇ ਨਾਲ ਇੱਕ ਵਧੀਆ ਮੈਕੈਨਿਜ਼ਮ ਜਾਂ ਵਧੀਆ ਸਿਸਟਮ ਕ੍ਰੀਏਟ ਹੋਏਗਾ, ਪਰ ਹੋਇਆ ਉਲਟਾ। ਕੇਂਦਰ ਸਰਕਾਰ ਨੇ ਇੱਕ ਤਰੀਕੇ ਨਾਲ ਧੱਕਾ ਹੀ ਕੀਤਾ। GST ਟਾਈਮ ਸਿਰ ਪੇ ਨਹੀਂ ਹੁੰਦੀ ਔਰ ਜਦੋਂ ਪੇ ਹੁੰਦੀ ਹੈ ਤੁਸੀਂ ਸ਼ਿਕਾਇਤਾਂ ਕਰੀ ਚੱਲੋ ਔਰ ਉਹ ਕੋਈ ਜਵਾਬ ਤੱਕ ਨਹੀਂ ਦਿੰਦੇ ਉੱਥੇ। ਇਹ ਵੀ ਜਿਹੜੀ ਕਿਸੇ ਸਟੇਟ ਦੇ ਆਰਥਿਕ ਸਿਸਟਮ ਨੂੰ ਵਿਗਾੜਨ ਵਾਲਾ ਇੱਕ ਬਹੁਤ ਵੱਡਾ ਤਰੀਕਾ ਬਣ ਚੁੱਕਿਆ। ਇਹ ਵੀ ਇੱਕ ਬਹੁਤ ਵੱਡੀ ਨਵੀਂ ਕਿਸਮ ਦੀ ਪ੍ਰੋਬਲਮ ਹੈ। ਔਰ ਲਾਸਟ, ਪੰਜਾਬ ਇਕੱਲੀ ਇੱਕ ਅਜਿਹੀ ਸਟੇਟ ਹੈ ਜਿਹੜੀ ਕਿ ਡਿਜ਼ਰਵ ਕਰਦੀ ਹੈ, ਲੇਕਿਨ ਉਸ ਨੂੰ ਸਪੈਸ਼ਲ ਕੈਟੇਗਰੀ ਵਿੱਚ ਨਹੀਂ ਰੱਖਿਆ ਗਿਆ। ਲਾਸਟ ਦੇ ਉੱਪਰ ਮੈਂ ਜਿਹੜੀ ਤੁਹਾਡੇ ਨਾਲ ਚੀਜ਼ ਸ਼ੇਅਰ ਕਰਨਾ ਚਾਹੁੰਦਾ ਉਹ ਹੈ ਕਿ ਸਾਡੇ ਦੇਸ਼ ਵਿੱਚ ਕੁਝ ਸਪੈਸ਼ਲ ਕੈਟੇਗਰੀ ਸਟੇਟਸ ਨੇ। 1969 ਦੇ ਵਿੱਚ ਇੱਕ ਫਾਈਨਾਂਸ, ਜਿਹੜਾ 5ਵਾਂ ਫਾਈਨਾਂਸ ਕਮਿਸ਼ਨ ਸੀ, ਉਸਨੇ ਇਹ ਕਿਹਾ ਸੀ ਕਿ ਕੁਝ ਸਟੇਟਾਂ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਕੋਲੇ ਇਨਕਮ ਦੇ ਸੋਰਸਿਸ ਬਹੁਤ ਵਧੀਆ ਨਹੀਂ ਨੇ। ਉਹਨਾਂ ਨੂੰ ਜਿਹੜੇ ਇਹ ਸੋਰਸਿਸ ਉਹਨਾਂ ਕੋਲੇ ਨਾ ਹੋਣ ਕਰਕੇ ਉਹ ਸਹੀ ਤਰੀਕੇ ਨਾਲ ਯੂਜ਼ ਨਹੀਂ ਕਰ ਰਹੇ, ਤਾਂ ਉਹਨਾਂ ਨੂੰ ਸੈਂਟਰ ਵੱਲੋਂ ਸਪੈਸ਼ਲ ਮਦਦ ਦਿੱਤੀ ਜਾਵੇ। ਸ਼ੁਰੂਆਤ ਦੇ ਵਿੱਚ 3 ਸਟੇਟਾਂ ਨੂੰ ਇਹ ਦਰਜਾ ਦਿੱਤਾ ਗਿਆ। ਇਹ ਸਨ ਅਸਾਮ, ਨਾਗਾਲੈਂਡ ਤੇ ਜੰਮੂ ਐਂਡ ਕਸ਼ਮੀਰ। ਬਾਅਦ ਦੇ ਵਿੱਚ 8 ਸਟੇਟਾਂ ਹੋਰ ਸ਼ਾਮਲ ਕੀਤੀਆਂ ਗਈਆਂ, ਜਿਨ੍ਹਾਂ ਦੇ ਵਿੱਚੋਂ ਆਂਧਰਾ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਮਨੀਪੁਰ, ਮੇਘਾਲਿਆ, ਮਿਜ਼ੋਰਮ, ਸਿੱਕਮ, ਉੱਤਰਾਖੰਡ ਵੀ ਉਹਦੇ ਵਿੱਚ ਸ਼ਾਮਿਲ ਹੈ। ਟੋਟਲ 8 ਸਟੇਟਾਂ ਬਾਅਦ ਦੇ ਵਿੱਚ ਤ੍ਰਿਪੁਰਾ ਦੇ ਹੋਰ ਵੀ ਸ਼ਾਮਲ ਕੀਤੀਆਂ ਗਈਆਂ।
ਆਫਕੋਰਸ ਉਹਦੀਆਂ ਕੁਝ ਮੈਜਰਮੈਂਟ ਨੇ ਕਿ ਪਹਾੜੀ ਸਟੇਟ ਹੋਵੇ, ਜੀਵਨ ਜਿੱਥੇ ਕਠਿਨ ਹੋਵੇ, ਜਿੱਥੇ ਇਨਕਮ ਦੇ ਵਸੀਲੇ ਘੱਟ ਹੋਣ, ਆਮਦਨ ਦੇ ਵਸੀਲੇ ਘੱਟ ਹੋਣ, ਉਹਨਾਂ ਨੇ ਇਹੋ ਜਿਹੇ ਕੁਝ ਬਣਾਏ ਨੇ। ਲੇਕਿਨ ਉਹਨਾਂ ਵਿੱਚੋਂ ਇੱਕ ਚੀਜ਼ ਹੋਰ ਵੀ ਹੈ, ਇੱਕ ਰੂਲ ਹੋਰ ਵੀ ਹੈ ਜਿਹੜਾ ਪੰਜਾਬ ਉੱਪਰ ਲਾਗੂ ਹੁੰਦਾ ਹੈ ਕਿ ਬਾਰਡਰ ਸਟੇਟ ਹੋਵੇ ਔਰ ਕਿਸੇ ਹੋਰ ਦੇਸ਼ ਨਾਲ ਲੱਗਦੀ ਹੋਵੇ ਜਿੱਥੋਂ ਦੇ ਹਾਲਾਤ ਸਹੀ ਨਾ ਹੋਣ। ਪੰਜਾਬ ਅਸੀਂ ਜਾਣਦੇ ਹਾਂ ਲਗਾਤਾਰ ਇੱਕ ਇਹੋ ਜਿਹੀ ਸਟੇਟ ਹੈ ਜਿਸ ਨੂੰ ਲਗਾਤਾਰ ਬਾਹਰੋਂ ਪ੍ਰੈਸ਼ਰ ਆਉਂਦਾ ਰਿਹਾ। ਪਹਿਲਾਂ ਅਸੀਂ 1978 ਤੋਂ ਲੈ ਕੇ ਬਾਅਦ ਦੇ ਵਿੱਚ ਅਸੀਂ 95 ਤੱਕ ਜੇ ਕਹੀਏ ਤਾਂ ਸਾਨੂੰ ਅਸੀਂ ਇਹੀ ਕਹਿੰਦੇ ਰਹੇ ਕਿ ਪਾਕਿਸਤਾਨ ਦਾ ਹੱਥ ਹੈ। ਹਰ ਇੱਕ ਚੀਜ਼ ਦੇ ਵਿੱਚ ਕਹਿ ਦਿੰਦੇ ਪਾਕਿਸਤਾਨ ਦਾ ਹੱਥ ਹੈ। ਜੇ ਪਾਕਿਸਤਾਨ ਦਾ ਹੱਥ ਹੈ ਇਟ ਮੀਨਸ ਦੇਸ਼ ਦੇ ਉੱਪਰ ਬਾਹਰੋਂ ਅਟੈਕ ਹੋ ਰਿਹਾ ਸੀ ਤਾਂ ਪੰਜਾਬ ਨੂੰ ਸਪੈਸ਼ਲ ਕੈਟੇਗਰੀ ਸਟੇਟ ਦੇ ਵਿੱਚ ਰੱਖਿਆ ਜਾਣਾ ਬਣਦਾ ਸੀ। ਬਾਅਦ ਦੇ ਵਿੱਚ ਜਦੋਂ ਚਿੱਟਾ ਆਇਆ ਸੀ ਇਹੀ ਕਿਹਾ ਕਿ ਚਿੱਟਾ ਬਾਰਡਰ ਪਾਰ ਤੋਂ ਆ ਰਿਹਾ ਹੈ, ਇਟ ਮੀਨਸ ਫਿਰ ਇਹ ਬਾਰਡਰ ਪਾਰ ਦਾ ਹਮਲਾ ਸੀ। ਕਿਉਂ ਪੰਜਾਬ ਨੂੰ ਉਸ ਸਪੈਸ਼ਲ ਕੈਟੇਗਰੀ ਸਟੇਟ ਵਿੱਚ ਨਹੀਂ ਰੱਖਿਆ ਜਾ ਸਕਦਾ? ਜਦੋਂ ਵੀ ਪੰਜਾਬ ਦੇ ਉੱਪਰ ਬਾਹਰੋਂ ਕੋਈ ਮੁਸੀਬਤ ਹੁੰਦੀ ਹੈ ਅਸੀਂ ਇਸ ਗੱਲ ਦਾ ਤਾਂ ਰੌਲਾ ਪਾ ਲੈਂਦੇ ਹਾਂ ਕਿ ਬਾਹਰੋਂ ਮੁਸੀਬਤ ਆਈ ਹੁੰਦੀ ਹੈ। ਸਾਨੂੰ ਪਤਾ ਕਿ ਬਾਹਰੋਂ ਨਹੀਂ ਆਈ ਹੁੰਦੀ, ਲੇਕਿਨ ਕਿਹਾ ਇਹੀ ਜਾਂਦਾ ਸਰਕਾਰੀ ਤੌਰ ਤੇ ਕਿ ਬਾਹਰੋਂ ਇਹ ਮੁਸੀਬਤ ਆਈ। ਤੇ ਜੇ ਬਾਹਰੋਂ ਇਹ ਮੁਸੀਬਤ ਆਈ ਹੈ ਤੇ ਫਿਰ ਪੰਜਾਬ ਨੂੰ ਵੀ ਉਸ ਸਪੈਸ਼ਲ ਕੈਟੇਗਰੀ ਸਟੇਟ ਵਿੱਚ ਰੱਖ ਕੇ ਕੇਂਦਰ ਜਿਹੜਾ ਹੈ ਉਹ ਪੰਜਾਬ ਦੀ ਹੋਰ ਤਰੀਕੇ ਨਾਲ ਮਦਦ ਕਰੇ। ਲੇਕਿਨ ਪੰਜਾਬ ਸਰਕਾਰ ਨੂੰ, ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਸਿਰਫ ਤੇ ਸਿਰਫ ਕਰਜ਼ੇ ਉੱਪਰ ਨਿਰਭਰ ਰਹਿਣ ਵਾਲੀ ਇਸ ਵਾਦੀ ਵਿੱਚੋਂ ਨਿਕਲਣਾ ਪਏਗਾ ਜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ। ਔਰ ਮੇਰੀ ਪੰਜਾਬ ਦੇ ਸਾਰੇ ਬੁੱਧੀਜੀਵੀ ਲੋਕਾਂ ਨੂੰ ਇਹ ਅਪੀਲ ਹੈ ਕਿ ਉਹ ਇਸ ਵਿਸ਼ੇ ਦੇ ਉੱਪਰ ਗੱਲ ਕਰਨ ਔਰ ਸਾਡੀਆਂ ਪਾਰਟੀਆਂ ਜਦੋਂ ਵੋਟਾਂ ਮੰਗਣਾ ਉਹਨਾਂ ਨੂੰ ਦੱਸਣ ਕਿ ਸਾਡਾ ਅਸਲੀ ਮੁੱਦਾ ਪੰਜਾਬ ਦੇ ਸਿਰ ਦੇ ਉੱਪਰ ਚੜਿਆ ਹੋਇਆ ਇੰਨਾ ਜ਼ਿਆਦਾ ਕਰਜ਼ਾ ਹੈ। ਫਰੀ ਦਾ ਉਹ, ਇਹ ਸਾਡਾ ਅਸਲੀ ਮੁੱਦਾ ਨਹੀਂ ਹੈ।